ਗੁਰੂ ਦਇਆ ਸਿੰਧ ਸਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਔਰ ਪਾਤਸ਼ਾਹ ਦੇ ਪਿਆਰੇ ਵਰੋਸਾਏ ਹੋਏ ਗੁਰਸਿੱਖਾਂ ਦੇ ਮਹਾਨ ਸ਼ਹੀਦੀ ਅਸਥਾਨ 'ਤੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਸਾ ਕੀ ਵਾਰ ਕੇ ਸੰਪੂਰਨ ਸ਼ਬਦ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਉਪਰੰਤ ਲੜੀਵਾਰ ਚੱਲ ਰਹੇ ਪਾਵਨ ਗੁਰਸ਼ਬਦ ਵਿਚਾਰ ਦਾ ਪਾਠ ਸਤਿਕਾਰਯੋਗ ਇਸ ਪਾਵਨ ਸਥਾਨ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਤਿਨਾਂ ਦੀ ਰਸਨਾ ਤੋਂ ਆਪ ਜੀਆਂ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 308 ਉੱਤੇ ਸਵਾਏਮਾਨ ਹੈ। ਪਹਿਲਾਂ ਸ਼ਲੋਕ ਮਹੱਲਾ ਚੌਥੇ ਦੀ ਵਿਚਾਰ ਆਪ ਜੀਆਂ ਨੇ ਕੱਲ੍ਹ ਸਰਵਣ ਕੀਤੀ ਹੈ। ਹੁਣ ਮਹੱਲਾ ਚੌਥਾ ਇਹ ਵੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਸਮਝਾਉਂਦੇ ਹਨ, ਭਾਈ ਜਿਹੜੇ ਸਤਿਗੁਰੂ ਤੋਂ ਵਿਛੜ ਜਾਂਦੇ ਹਨ ਜਾਂ ਗੁਰੂ ਵੱਲੋਂ ਫਿਟਕਾਰੇ ਜਾਂਦੇ ਨੇ, ਉਹਨਾਂ ਨੂੰ ਨਾ ਲੋਕ ਵਿੱਚ ਢੋਈ ਮਿਲਦੀ ਹੈ ਨਾ ਪਰਲੋਕ ਵਿੱਚ। ਉਹ ਸੰਸਾਰ ਦੇ ਅੰਦਰ ਗੁਰੂ ਤੋਂ ਫਿਟਕਾਰਿਆਂ ਹੋਇਆਂ ਨੂੰ ਨਿੰਦਾ ਦਾ ਸਭ ਤੋਂ ਵੱਡਾ ਰੋਗ ਲੱਗ ਜਾਂਦਾ ਹੈ ਔਰ ਨਿੰਦਕ ਬੰਦਾ ਜਿਹੜਾ ਉਹ ਸੰਸਾਰ ਵਿੱਚ ਵੀ ਚੋਟਾਂ ਖਾਂਦਾ ਹੈ, ਰੱਬ ਦੀ ਦਰਗਾਹ ਵਿੱਚ ਵੀ ਉਹਦਾ ਮੁਖ ਜਿਹੜਾ ਹੈ ਉਹ ਕਾਲਾ ਹੁੰਦਾ ਹੈ। ਸਤਿਗੁਰ ਜੀ ਦੀ ਪਾਵਨ ਸ਼ਬਦ ਵਿਚਾਰ ਨਾਲ ਜੁੜਨਾ ਹੈ। ਮਨੋਵਿਰਤੀਆਂ ਇਕਾਗਰ ਕਰੋ। ਜਿੰਨੇ ਵੀ ਸਰੀਰ ਸਤਿਗੁਰ ਜੀ ਦੇ ਹਜ਼ੂਰ ਜੁੜ ਬੈਠੇ ਹੋ ਜਾਂ ਕੋਈ ਪਰਿਕਰਮਾ ਕਰਕੇ ਨਮਸਕਾਰ ਕਰ ਰਿਹਾ ਹੈ, ਸਭ ਨੂੰ ਬੇਨਤੀ ਹੈ ਚੁੱਪ ਦਾ ਦਾਨ ਬਖਸ਼ਿਸ਼ ਕਰਨਾ। ਪਰਿਕਰਮਾ ਕਰਨ ਲੱਗਿਆਂ ਆਵਾਜ਼ ਨਹੀਂ, ਆਪਾਂ ਸਤਿਗੁਰ ਜੀ ਦਾ ਭੈ ਰੱਖ ਕੇ ਗੁਰੂ ਚਰਨਾਂ ਵਿੱਚ ਵਿਚਰਨਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਹੁਕਮ ਹੈ, ਭਾਈ ਉਹੀ ਸਿੱਖ ਗੁਰੂ ਨੂੰ ਪ੍ਰਵਾਨ ਹੈ ਜਿਹੜਾ ਗੁਰੂ ਦਾ ਭੈ ਰੱਖਦਾ। ਜੇ ਗੁਰੂ ਦਾ ਅਦਬ ਭੈ ਨਹੀਂ ਹੈ, ਆਪਾਂ ਕਿੰਨੇ ਵੱਡੇ ਵੀ ਸੇਵਾਦਾਰ ਹੋਈਏ, ਦਾਨੀ ਹੋਈਏ, ਗੁਰੂ ਨੂੰ ਉਹ ਚੰਗੇ ਨਹੀਂ ਲੱਗਦੇ। ਜਿਹੜੇ ਸਿੱਖ ਨੇ ਭੈ ਰੱਖਿਆ ਹੋਇਆ, ਡਰ ਰੱਖਿਆ ਹੋਇਆ, ਜੇ ਉਹ ਥੋੜ੍ਹਾ ਵੀ ਪਾਠ ਕਰੇ ਨਾ ਤਾਂ ਵੀ ਗੁਰੂ ਦੀ ਖੁਸ਼ੀ ਮਿਲ ਜਾਂਦੀ। ਕਿਉਂਕਿ ਭੈ ਤੋਂ ਬਗੈਰ ਭਗਤੀ ਪ੍ਰਵਾਨ ਨਹੀਂ ਹੈ। ਭੈ ਬਿਨ ਭਗਤ ਨ ਹੋਵੇ, ਹਰ ਨਾਮ ਨ ਲੱਗੇ ਪਿਆਰ। ਤੁਸੀਂ ਛੋਟੇ ਜਿਹੇ ਆਫਿਸਰ ਦੇ ਦਫ਼ਤਰ ਵਿੱਚ ਜਾਂਦੇ ਹੋ, ਕਿਸੇ ਜੱਜ ਦੀ ਕੋਰਟ ਵਿੱਚ ਜਾਂਦੇ ਹੋ, ਮੋਬਾਈਲ ਪਹਿਲਾਂ ਬਾਹਰ ਜਮ੍ਹਾਂ ਹੁੰਦੇ ਨੇ ਜਾਂ ਬੰਦ ਹੁੰਦੇ ਨੇ। ਆਪਾਂ ਦੀਨ ਦੁਨੀ ਦੇ ਪਾਤਸ਼ਾਹ ਦੇ ਦਰਬਾਰ ਵਿੱਚ ਆਉਂਦੇ, ਮੋਬਾਈਲ ਵੀ ਬੰਦ ਨਹੀਂ ਅਤੇ ਗੱਲਾਂ ਵੀ ਬੰਦ ਨਹੀਂ ਹੁੰਦੀਆਂ। ਆਓ ਮਨੋਵਿਰਤੀ ਇਕਾਗਰ ਕਰੋ। ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਓ, ਸੀਸ ਬਖਸ਼ੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਿੱਖ ਗੁਰਬਾਣੀ ਭੈ ਕਰੇ, ਜਿਹੜਾ ਬਾਣੀ ਦਾ ਭੈ ਰੱਖੇ, ਬਿਨ ਪ੍ਰਯਾਸ ਭਵ ਸਾਗਰ ਤਰੈ, ਉਹ ਬਿਨਾਂ ਯਤਨ ਤੋਂ ਹੀ ਪਾਰ ਲੰਘ ਜਾਂਦਾ। ਮਹਾਰਾਜ ਜੀ ਨੂੰ ਡਰ ਨਹੀਂ ਲੱਗਦਾ ਬਾਣੀ ਤੋਂ, ਤਾਂ ਹਜ਼ੂਰ ਨੇ ਕਿਹਾ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਕਹਿੰਦੇ ਭਾਈ ਜਿਹਨੇ ਅਦਬ ਤਾਂ ਭੈ ਨਹੀਂ ਨਾ ਰੱਖਿਆ ਬਾਣੀ ਦਾ, ਹਜ਼ੂਰ ਕਹਿੰਦੇ ਉਹ ਸਾਡਾ ਸਿੱਖ ਨਹੀਂ ਹੈ। ਸਿੱਖ ਉਹ ਹੈ ਜਿਹੜਾ ਗੁਰੂ ਦਾ ਭੈ ਰੱਖਦਾ, ਗੁਰੂ ਦਾ ਅਦਬ ਰੱਖਦਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਘਰਾਂ ਵਿੱਚ ਤਕਰੀਬਨ ਆਪਣੀ ਸੁਵਿਧਾ ਵਾਸਤੇ ਤੁਸੀਂ ਨੌਕਰ ਰੱਖੇ ਹੋਏ ਨੇ। ਸਾਧ ਸੰਗਤ ਨੌਕਰ ਨੂੰ ਕਹੀਏ ਤਾਂ ਗੁਰਮਤਿ ਦੀ ਭਾਸ਼ਾ ਵਿੱਚ ਸੇਵਕ ਕਹਿੰਦੇ ਨੇ, ਸੇਵਾ ਕਰਨ ਵਾਲਾ ਜਿਹੜਾ ਹਾਜ਼ਰ ਰਹਿੰਦਾ। ਹੁਣ ਸੇਵਕ ਦੀ ਇੱਕ ਨਿਸ਼ਾਨੀ ਹੈ ਵੀ ਸੇਵਕ ਕਦੇ ਹੁਕਮ ਨਹੀਂ ਕਰਦਾ। ਜਿਹੜਾ ਘਰ 'ਚ ਤੁਸੀਂ ਸੇਵਕ ਰੱਖਿਆ, ਕੋਈ ਨੌਕਰ ਰੱਖਿਆ, ਉਹ ਤੁਹਾਨੂੰ ਹੁਕਮ ਥੋੜ੍ਹੀ ਕਰ ਸਕਦਾ।
मालिक हुक्म करदा है, सेवक दी निशानी है भी वो कदे हुक्म नहीं कर सकता, उन्हें हुक्म सुनने। और पातशाह ने बाणी अंदर कहा, जिहड़ा सेवक होके हुक्म करे वो मालिक नूं चंगा ही नहीं लगता। कोई भीख मंगण वाला भिखारी तुहानूं हुक्म करके कवे भी इन्ने पैसे दे, तुहानूं वो चंगा नहीं लगता। जिहड़ा बैगर है, भिखारी है, वो चूज नहीं कर सकता मैनू इन्ने पैसे दो मेरी चॉइस है, नहीं, ਉਹਦੀ सिर्फ मंग है, देण वाले मालिक की मर्जी है उन्हें की देना है। सेवक वो है जिहड़ा हुक्म नहीं कर सकता। और दूजी गल, गुरमत के अंदर वो सेवक परवान है जिहड़ा मोरे जवाब तलबी ना करे, जो गुरु कह रहे उन्होंने सत करके मने। नहीं तो हजूर कहते सलाम जवाब दोमें करे, तू मत्था भी टेक दे, जवाब तलबी भी गुरु नाल कर दे, तू मत्था भी टेक दे, तेरे रोस भी बहुत ने, तू गुरु की गल भी मन नहीं रहा, मत्था भी टेक रहे, फिर तो तेरा वो मत्था टेकिया व्यर्थ है। सलाम जवाब दोमें करे, मुंड हो कुत्था जाए, तू मुड तो मूल तो वेस तो ही भटक गए। नानक दोवें कूड़ियाँ थाए ना काई पाए, भाई ये व्यर्थ है, किसे लेखे विच नहीं है, सेवक की निशानी है, वो मोरियों सवाल जवाब नहीं करता। ताइयों हजूर ने सुखमनी साहब अंदर बचन कहे, गुर के गृह सेवक जो रहे, गुर की आज्ञा मन में सह। एक बार पढ़ो, गुर के गृह सेवक जो रहे, गुर की आज्ञा, वो सिर्फ गुरु की आज्ञा सवे। और तुहाडी जिंदगी का तजर्बा रहना है, जिन्हें कदे किसी की गल मनी नहीं है वो अपनी गल मनवा नहीं सकता, जिन्हें किसी की मनी है वही भी दुनिया मनती है। फिर ਜਿਹੜਾ अपने टीचर अध्यापक का सत्कार करता है, रिस्पैक्ट करता है, भै रखता है, वो टीचर की क्लास में भै रख के पढ़ता है, एक दिन वो स्टूडेंट टीचर की कुर्सी पर बह जाता है, एक दिन वो स्टूडेंट भी टीचर बनता है। ਜਿਹੜਾ टीचर का भै ना करे वो कदे टीचर नहीं बन सकता। ਜਿਹੜਾ अध्यापक का सत्कार भै ना करे वो कदे भी उसकी जगह पर नहीं पहुँच सकता। धन श्री गुरु अंगद देव महाराज बाबा श्री लहणा जी ने 7 साल श्री गुरु नानक साहब महाराज का हुक्म मन्निया, मोरियों एक भी गल की जवाब तलबी नहीं। जिदन गुरु के घर में आए ना, उदन पहले दिन ही ये मन च धार के आए, हे गुरु नानक साहब महाराज, मैं दुनिया के रस स्वाद मन की मर्जी छड्डण लई तैयार हाँ, तुसीं मैनूं अपनी सिक्खी बख्शिश करो। पहले दिन जिहड़ी भेटा लेके आए ना, सिख तवारी कहती है, धन गुरु अंगद देव महाराज श्री बाबा लहणा जी अपने कोल एक लूण का वड्डा डला चुक के लेके आए, जिन्हों पाकिस्तानी लूण कहने। लूण दे वड्डे वड्डे नमक के डले हुंदे ने साल्ट दे। जदों वो डला चुक के लेके आए, एक कोल चटाई चुकी हुई है दब दी, दोवें चीज़ां गुरु चरनां 'च मत्था टेकिया। वेखण वाले हैरान हो रहे, आ भी कोई भेट है? कोई माया भेंट करता है, कोई गुरु नूं खद्दर का कपड़ा भेंट करता है, कोई कीमती दुशाले भी भेंट करता है। इन्हें कल्ला लूण ते चटाई लियांदी है, क्यों? जदों वो लूण नमक का डला गुरु चरनां 'च रख के मत्था टेकिया, उहदा भाव अर्थ ही ये सी, क्योंकि दुनिया में जिन्ने भी आपां भोजन खाने, जे नमक ना होवे उहदा स्वाद ही नहीं है कोई। तुसीं उहदे विच घिओ भी पा दिओ, होर मसाले भी पा दिओ, उहदे विच जिन्ना मर्जी टमाटर, होर कई चीज़ां लसन अदरक पा दो, जे नमक नहीं पाया वो बेस्वादा लगता है। ਇਹਦਾ मतलब नमक स्वाद पैदा करता है। लूण का डला गुरु चरनां 'च भेंट करन दा भाव ये सी, हे गुरु नानक साहब महाराज, इस नमक नाल लूण नाल भोजन में स्वाद पैदा हुंदा है। पातशाह मैं दुनिया के रस स्वाद छड्डण लई तैयार हाँ, तुसीं मैनूं सिੱਖੀ बख्शिश करो। और 7 साल फिर गुरु की मर्जी नाल चले ने। 1532 तो लैके 1539 तक साध संगत जिदन 7 साल गुरु की मर्जी मन के चले। एक दिन वक्त आया, श्री गुरु नानक साहब महाराज जी ने बचन कह लैणिया, तू 7 साल साडी मन्नी है, जा हुण हज़ारां लखां लोग तेरी मन्निया करनगे।
ਧੰਨ ਗੁਰੂ ਅੰਗਦ ਦੇ ਮਹਾਰਾਜ ਜਿਸ ਦਿਨ ਪਹਿਲੇ ਦਿਨ ਗੁਰਤਾ ਗੱਦੀ ਤੇ ਮਹਾਰਾਜ ਜੀ ਨੇ ਵਿਰਾਜਮਾਨ ਕੀਤਾ ਨਾ, ਉਦਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਪਰਿਕਰਮਾ ਕੀਤੀ, ਫਿਰ ਪੂਰੀ ਸੰਗਤ ਵਿੱਚ ਬਹਿ ਗਏ। ਸਭ ਨੂੰ ਕਿਹਾ ਭਾਈ ਅੱਜ ਤੋਂ ਬਾਅਦ ਗੁਰੂ ਦੀ ਜੋਤ ਗੁਰੂ ਅੰਗਦ ਸਾਹਿਬ ਮਹਾਰਾਜ ਵਿੱਚ ਹੈ। 5 ਦਿਨ ਸਰੀਰ ਵਿੱਚ ਰਹਿੰਦੇ ਆ ਪਹਿਲਾਂ ਗੁਰਤਾ ਗੱਦੀ ਦੇ ਦਿੱਤੀ, ਔਰ ਮਹਾਰਾਜ 5 ਦਿਨ ਸੰਗਤ ਵਿੱਚ ਬਹਿੰਦੇ ਰਹੇ। ਗੱਦੀ ਤਖਤ ਉੱਤੇ ਗੁਰੂ ਅੰਗਦ ਸਾਹਿਬ, ਸੰਗਤ ਵਿੱਚ ਭੋਏ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਔਰ ਤਖਤ ਗੱਦੀ ਤੇ ਬਿਠਾ ਕੇ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਬਚਨ ਕਹੇ, ਲੈਣਾ ਜੀ ਤੁਸੀਂ ਹੁਣ ਲੈਣਾ ਨਹੀਂ ਰਹੇ, ਤੁਸੀਂ ਸ਼੍ਰੀ ਗੁਰੂ ਅੰਗਦ ਦੇਵ ਹੋ ਗਏ ਹੋ, ਹੁਣ ਤੁਸੀਂ ਸੰਗਤ ਨੂੰ ਉਪਦੇਸ਼ ਦਿਓ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਕੀ ਉਪਦੇਸ਼ ਦੇਣ? ਕਿੰਨਾ ਵੀ ਕੋਈ ਡਿਗਰੀ ਕਰਕੇ ਆਵੇ, ਸਾਹਮਣੇ ਉਹਦਾ ਅਧਿਆਪਕ ਟੀਚਰ ਗੁਰੂ ਬੈਠਾ ਹੋਵੇ ਤਾਂ ਉਹ ਨਰਵਸ ਹੋ ਜਾਂਦਾ ਹੈ। ਤਾਂ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਨੂੰ ਪਾਤਸ਼ਾਹ ਕਹਿੰਦੇ ਤੁਸੀਂ ਸੰਗਤ ਨੂੰ ਉਪਦੇਸ਼ ਦਿਓ। ਤਾਂ ਹੱਥ ਜੋੜ ਕੇ ਅੱਖਾਂ ਭਰ ਲਈਆਂ, ਮਹਾਰਾਜ ਮੈਂ ਤੁਹਾਡੇ ਸਾਹਮਣੇ ਕੀ ਬੋਲਾਂ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਲੈਣਾ ਜੀ ਗੁਰੂ ਅੰਗਦ ਦੇ ਮਹਾਰਾਜ ਜੀ, ਕੁਝ ਵੀ ਕਹਿ ਦਿਓ, ਜੋ ਵੀ ਤੁਹਾਡੀ ਸੁਰਤ ਵਿੱਚ ਆਉਂਦਾ ਉਹ ਸ਼ਬਦ ਕਹੋ। ਕਹਿੰਦੇ ਮਹਾਰਾਜ ਮੈਂ ਕੀ ਆਖਾਂ? ਹਜ਼ੂਰ ਨੇ ਕਿਹਾ ਅੱਜ ਇੰਨੀ ਗੱਲ ਹੀ ਕਹਿ ਦਿਓ, 7 ਸਾਲ ਸਾਡੇ ਕੋਲ ਰਹਿ ਕੇ ਤੁਸੀਂ ਕੀ ਸਿੱਖਿਆ? ਤੁਸੀਂ 7 ਸਾਲ ਰਹੇ ਹੋ, ਸੇਵਾ ਕੀਤੀ ਹੈ, ਕੀ ਸਿੱਖਿਆ? ਉਦੋਂ ਫਿਰ ਇੱਕੋ ਗੱਲ ਕਹੀ, ਸਾਧ ਸੰਗਤ ਜੀ ਮੈਂ 7 ਸਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਇੱਕੋ ਹੀ ਗੱਲ ਸਿੱਖੀ ਹੈ। ਸਭ ਹੈਰਾਨ ਹੋ ਗਏ, 7 ਸਾਲਾਂ 'ਚ ਕੋਈ ਗੱਲ, 7 ਸਾਲਾਂ ਵਿੱਚ ਮੈਂ ਇੱਕੋ ਹੀ ਗੱਲ ਸਿੱਖੀ ਹੈ। ਸਾਧ ਸੰਗਤ 7 ਸਾਲਾਂ ਵਿੱਚ ਮੈਂ ਇੱਕੋ ਹੀ ਗੱਲ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚੋਂ ਸਿੱਖੀ ਹੈ। ਭਾਈ ਜੇ ਤੂੰ ਰੱਬ ਨੂੰ, ਗੁਰੂ ਨੂੰ, ਪਿਆਰੇ ਨੂੰ ਪਾਉਣਾ, ਉਹਦੇ ਅੱਗੇ ਮਰ ਕੇ ਚੱਲੀ। ਜੇ ਆਪਣੇ ਆਪ ਨੂੰ ਜਿਉਂਦਾ ਰੱਖ ਕੇ ਚੱਲਿਆ ਤੂੰ ਗੁਰੂ ਨੂੰ ਨਹੀਂ ਪਾ ਸਕਦਾ। ਮਰ ਕੇ ਦਾ ਅਰਥ ਹੈ ਮੁਰਦੇ ਦੀ ਕੋਈ ਮਰਜ਼ੀ ਨਹੀਂ ਹੈ। ਜੋ ਗੁਰੂ ਕਹਿ ਰਿਹਾ ਉਹ ਕਰਨਾ। ਪਹਿਲੇ ਦਿਨ ਜੋ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਹਾ, ਪਾਤਸ਼ਾਹ ਦੀ ਬਾਣੀ ਵਿੱਚੋਂ 62 ਸ਼ਲੋਕਾਂ ਚੋਂ ਪਹਿਲਾ ਸ਼ਲੋਕ ਹੈ, ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਬੋਲੇ, ਕਹਿੰਦੇ ਜਿਸ ਪਿਆਰੇ ਸਿਉ ਨੇ ਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੈ ਜੀਵਣਾ। ਜੇ ਪਿਆਰੇ ਨੂੰ ਪਾਉਣਾ ਫਿਰ ਮਰ ਕੇ ਚੱਲੀ, ਫਿਰ ਤੇਰੀ ਕੋਈ ਮਰਜ਼ੀ ਨਹੀਂ। ਫਿਰ ਤੂੰ ਇਹ ਨਹੀਂ ਕਹਿ ਸਕਦਾ ਅਜੇ ਮੈਂ ਆਹ ਕੰਮ ਕਰਨੇ ਨੇ, ਅਜੇ ਮੈਂ ਬੱਚੇ ਵਿਆਹੁਣੇ ਨੇ ਜੀ, ਥੋੜ੍ਹਾ ਜਿਹਾ ਰੁਕ ਲਈਏ, ਫਿਰ ਅੰਮ੍ਰਿਤ ਛਕ ਲਾਂਗੇ, ਫਿਰ ਗੁਰੂ ਵਾਲੇ ਬਣ ਜਾਂਗੇ। ਜਦੋਂ ਗੁਰੂ ਦਾ ਹੁਕਮ ਸੁਣ ਲਿਆ ਤਦੋਂ ਤੋਂ ਸ਼ੁਰੂ ਕਰ ਦਿੱਤਾ। ਗੁਰੂ ਦੇ ਉੱਤੇ ਭਰੋਸਾ ਰੱਖ ਕੇ ਚੱਲ ਪਓ। ਕਈ ਵਾਰ ਤੁਹਾਡੇ ਮਨ ਦੇ ਸਵਾਲ ਹੋਣਗੇ, ਜੀ ਔਖਾ ਲੱਗਦਾ ਹੈ, ਅੰਮ੍ਰਿਤ ਨਿਭਾਉਣਾ ਬਹੁਤ ਔਖਾ ਹੈ, ਨਿਤਨੇਮ ਰੋਜ਼ ਅੰਮ੍ਰਿਤ ਛਕ ਕੇ ਕਰਨਾ ਫਿਰ ਔਖਾ ਜਿਹਾ ਲੱਗ, ਪਹਿਲਾਂ ਰਹਿਤ ਪੱਕੀ ਕਰ ਲਈਏ। ਇਸ ਭੁਲੇਖੇ ਵਿੱਚ ਨਾ ਰਿਓ ਕਿ ਪਹਿਲਾਂ ਰਹਿਤ ਪੱਕੀ ਕਰ ਲਈਏ। ਇਹ ਠੀਕ ਹੈ, ਮਨ ਨੂੰ ਬੁਰੇ ਕਰਮਾਂ ਤੋਂ ਬਚਾਉਣ ਵਾਸਤੇ ਅੰਦਰੋਂ ਸੁਚੇਤ ਹੋਣਾ ਚਾਹੀਦਾ ਹੈ, ਪਰ ਇਹ ਸੱਚ ਹੈ ਰਹਿਤ ਆਪਾਂ ਨਹੀਂ ਨਿਭਾ ਸਕਦੇ। ਜੇ ਗੁਰੂ ਦੀ ਨਦਰ ਕਿਰਪਾ ਹੋਵੇ ਤਾਂ ਰਹਿਤ ਨਿਭਦੀ ਹੈ, ਨਹੀਂ ਤਾਂ ਰਹਿਤ ਨਿਭਦੀ ਨਹੀਂ ਹੈ। ਸਿੱਖਾ ਤੂੰ ਗੁਰੂ ਤੇ ਭਰੋਸਾ ਰੱਖ ਕੇ ਤੁਰ ਪਈ, ਰਹਿਤ ਉਹਨੇ ਆਪੇ ਨਿਭਾ ਦੇਣੀ ਹੈ। ਜਿਹਨੇ ਰਹਿਤ ਬਖਸ਼ੀ ਉਹਨੇ ਆਪੇ ਤੈਨੂੰ ਤੁਰਨ ਦਾ ਬਲ ਵੀ ਬਖਸ਼ਣਾ। ਜਿਹਨੇ ਤੈਨੂੰ ਗੁਰੂ ਦੇ ਮਾਰਗ ਤੇ ਗੁਰੂ ਨੇ ਪਾਇਆ ਉਹਨੇ ਬਲ ਵੀ ਆਪੇ ਬਖਸ਼ਣਾ। ਔਰ ਸਾਧ ਸੰਗਤ ਅੱਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਿਹੜੇ ਪ੍ਰਤੱਖ ਗੁਰੂ ਦੇ ਹੁੰਦਿਆਂ ਗੁਰੂ ਤੋਂ ਵਿਛੜ ਜਾਣ, ਭਾਈ ਉਹਨਾਂ ਨੂੰ ਦਰ ਤੇ ਢੋਈ ਨਹੀਂ ਮਿਲਦੀ ਕਿਤੇ। ਹੁਣ ਗੁਰੂ ਪ੍ਰਤੱਖ ਹੈ। ਇੱਕ ਨੁਕਤਾ ਜ਼ਿੰਦਗੀ 'ਚ ਯਾਦ ਰੱਖਿਓ, ਤੁਹਾਡੇ ਵੀ ਕੰਮ ਆਏਗਾ, ਤੁਹਾਡੇ ਚਰਨਾਂ ਪਿੱਛੇ ਮੇਰੇ ਵੀ ਕੰਮ ਆਏਗਾ। ਪਹਿਲਾਂ ਆਪਣੇ ਗੁਰੂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਹਰ ਰੋਜ਼ ਕਥਾ ਕੀਰਤਨ ਕਿਉਂ ਸੁਣਨੇ? ਤੁਹਾਨੂੰ ਗੁਰੂ ਬਾਰੇ ਗਿਆਨ ਹੋ ਜਾਣਾ ਚਾਹੀਦਾ, ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਗੁਰੂ ਕਿੰਨੀ ਕੁ ਸਮਰੱਥਾ ਦਾ ਮਾਲਕ ਹੈ, ਗੁਰੂ ਕੀ ਕੁਝ ਕਰਦਾ ਹੈ। ਜਦੋਂ ਗੁਰੂ ਦੇ ਬਾਰੇ ਜਾਣਕਾਰੀ ਚੰਗੀ ਤਰ੍ਹਾਂ ਗਿਆਨ ਲੈ ਲਿਆ, ਉਸ ਤੋਂ ਬਾਅਦ ਫਿਰ ਗੁਰੂ ਤੇ ਵਿਸ਼ਵਾਸ ਰੱਖ ਕੇ ਤੁਰਨਾ ਚਾਹੀਦਾ ਹੈ। ਔਰ ਸਾਧ ਸੰਗਤ ਇਹ ਨਹੀਂ ਕਿ ਅੱਧਾ ਕੱਪੋਂ ਗੁਰੂ ਵੱਲ ਤੁਰ ਪਏ, ਅੱਧੇ ਕੁ ਫਿਰ ਪਿੱਛੇ ਹੋ ਗਏ, 2 ਸਾਲ ਜੁੜੇ ਰਹੇ, ਫਿਰ 2 ਸਾਲ ਕਿਸੇ ਹੋਰ ਪਾਸੇ ਚਲੇ ਗਏ। ਇੱਥੇ ਤਾਂ ਸਾਧ ਸੰਗਤ ਸੈਟੇਲਾਈਟ ਚੈਨਲਾਂ ਉੱਤੇ ਨਵੇਂ ਬੰਦੇ ਆ ਰਹੇ ਨੇ, ਜਿਹੜੇ ਤੁਹਾਨੂੰ ਕਹਿੰਦੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਨੇ ਅਸੀਂ। ਔਰ ਉਹਦੇ ਵਿੱਚ ਮਾਫ ਕਰਿਓ,
ਉਹ ਕਈ ਵਾਰ ਆਪਣੇ ਕੋਲ ਸੱਦਦੇ ਨੇ, ਫਿਰ ਉਹਨਾਂ ਦੇ ਛੱਡੇ ਹੋਏ ਵਿੱਚ ਏਜੰਟ ਹੁੰਦੇ ਨੇ, ਉਹ ਅੰਦਰ ਖਾਤੇ ਪੁੱਛ ਲੈਂਦੇ ਨੇ, ਬੀਬੀਆਂ ਬੰਦੇ ਕਿੱਥੋਂ ਆਏ ਹੋ, ਕੀ ਗੱਲ ਹੈ, ਭੈਣ ਤੂੰ ਵੀ ਦੁਖੀ ਹੈ, ਮੈਂ ਬੱਚਿਆਂ ਤੋਂ ਬਹੁਤ ਦੁਖੀ ਹਾਂ, ਤੈਨੂੰ ਕੀ ਗੱਲ ਹੈ, ਉਹ ਵੀ ਆਪਣਾ ਦੁੱਖ ਦੱਸਦੀ ਹੈ। ਔਰ ਤੁਸੀਂ ਹੈਰਾਨ ਹੋਵੋਗੇ, ਫਿਰ ਦੂਜੀ ਤੀਜੀ ਮੀਟਿੰਗ ਵਿੱਚ ਉਹਦਾ ਹੀ ਨਾਮ ਲੈ ਕੇ ਬੁਲਾਇਆ ਜਾਂਦਾ ਵੇ, ਫਲਾਨੀ ਬੀਬੀ ਆ ਜਾਏ ਜਿਹੜੀ ਮੇਰਠ ਤੋਂ ਆਈ ਹੈ, ਕਿਉਂਕਿ ਮੇਰਠ ਵਾਲੀ ਪਹਿਲਾਂ ਵੀ 2 ਵਾਰ ਆਈ ਹੈ। ਉਤੋਂ ਵਿੱਚ ਸਾਦੇ ਲਿਬਾਸ ਵਿੱਚ ਛੱਡੀਆਂ ਬੀਬੀਆਂ ਨੇ ਪੁੱਛ ਲਿਆ, ਤੈਨੂੰ ਭੈਣੇ ਕੀ ਦੁੱਖ ਹੈ, ਤੂੰ ਕਿਹੜੀ ਗੱਲੋਂ ਆਈ ਹੈ, ਉਹਨੇ ਆਪਣੀ ਮੁਸ਼ਕਲ ਦੱਸ ਦਿੱਤੀ ਹੈ। ਔਰ ਜਦੋਂ ਫਿਰ ਉਹ ਕਹਿੰਦਾ ਵੀ ਬੱਚਿਆਂ ਵੱਲੋਂ ਦੁਖੀ ਆ, ਪਤੀ ਬਿਮਾਰ ਰਹਿੰਦਾ, ਕਾਰੋਬਾਰ ਨਹੀਂ ਚੱਲਦਾ, ਕਿਸੇ ਨੇ ਪੈਸੇ ਮਾਰ ਲਏ, ਉਹ ਤਾਂ ਉਹਦੇ ਚਰਨਾਂ 'ਚ ਡਿੱਗ ਪੈਂਦਾ, ਇਹ ਤੇ ਸੱਚ ਦੱਸਦਾ ਸਭ ਕੁਝ। ਸਾਧ ਸੰਗਤ, ਆਪਣੇ ਗੁਰੂ ਤੇ ਵਿਸ਼ਵਾਸ ਰੱਖਿਓ। ਜਿਸ ਗੁਰੂ ਕੋਲ ਤੁਸੀਂ ਬੈਠੇ ਹੋ, ਉਸ ਗੁਰੂ ਨੇ ਤੁਹਾਨੂੰ ਕਿਸੇ ਭਰਮ 'ਚ ਨਹੀਂ ਪਾਉਣਾ। ਇਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਕਦੇ ਨਹੀਂ ਕਹਿਣਗੇ ਮੇਰੇ ਕੋਲ ਆਓ ਮੈਂ ਤੁਹਾਨੂੰ ਦੁੱਖ ਨਹੀਂ ਆਣ ਦਿਆਂਗਾ। ਇਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਕਹਿੰਦੇ। ਗੁਰੂ ਸਾਨੂੰ ਮਾਨਸਿਕ ਤੌਰ ਤੇ, ਮੈਂਟਲੀ ਤੌਰ ਤੇ ਪ੍ਰਪੇਅਰ ਕਰਦਾ, ਮਾਨਸਿਕ ਤੌਰ ਤੇ ਤਿਆਰ ਕਰਦਾ, ਮੈਂਟਲੀ ਪ੍ਰਪੇਅਰ ਕਰਦਾ। ਭਾਈ ਜੇ ਸੁੱਖ ਹੈ ਕਦੇ ਦੁੱਖ ਵੀ ਆਉਣਾ, ਤੂੰ ਦੁੱਖਾਂ ਵਿੱਚ ਨਿਰਾਸ਼ ਨਾ ਹੋਈ। ਜੇ ਦੁੱਖ ਆਇਆ ਉਹਨੇ ਦੁੱਖ ਕੱਟ ਕੇ ਇੱਕ ਦਿਨ ਸੁੱਖ ਵੀ ਦੇ ਦੇਣਾ। ਜਿਵੇਂ ਸਦਾ ਰਾਤ ਨਹੀਂ ਰਹਿੰਦੀ, ਦਿਨ ਚੜ੍ਹਦਾ, ਇੱਦਾਂ ਦਿਨ ਰਾਤ ਬਦਲਦੇ ਨੇ, ਇੱਦਾਂ ਦੁੱਖ ਤੇ ਸੁੱਖ ਬਦਲਦੇ ਰਹਿੰਦੇ ਨੇ। ਕਦੇ ਲਾਭ ਹੋਇਆ, ਕਦੇ ਘਾਟਾ ਵੀ ਪੈਂਦਾ, ਕਦੇ ਕਾਰੋਬਾਰ ਵੱਧ ਚੱਲਦਾ, ਕਦੇ ਥੋੜਾ ਵੀ ਚੱਲਦਾ। ਤੂੰ ਨਿਰਾਸ਼ ਤੇ ਉਦਾਸ ਨਾ ਹੋ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਸ਼ੁਕਰਾਨਾ ਕਰ। ਇਹ ਸੋਚਿਆ ਕਰ ਤੇਰੇ ਕੋਲ ਕੀ ਸੀ, ਅੱਜ ਰੱਬ ਨੇ ਕੀ ਦੇ ਦਿੱਤਾ। ਦੇਖੋ ਤੁਹਾਡੇ ਕੋਲ 20-20, 50-50 ਲੱਖ ਦੀਆਂ ਗੱਡੀਆਂ ਨੇ, ਮਹਿੰਗਾ 50-50 ਲੱਖ ਦਾ, ਕਰੋੜ ਦਾ ਘਰ ਹੈ, ਫੋਨ ਚੁੱਕੇ ਹੋਏ ਨੇ, ਲੱਖ ਰੁਪਏ ਦੇ ਫੋਨ ਨੇ ਲੋਕਾਂ ਦੇ ਹੱਥ ਵਿੱਚ, ਤਾਂ ਵੀ ਡਿਪਰੈਸ਼ਨ ਹੋ ਰਿਹਾ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਫਿਰ ਵੀ ਬੰਦਾ ਡਿਪਰੈਸ਼ਨ ਵਿੱਚ ਜਾ ਰਿਹਾ। ਕਿਉਂ? ਇਹਦਾ ਮਤਲਬ ਉਹਨੇ ਸੋਚਣਾ ਗਲਤ ਸ਼ੁਰੂ ਕਰ ਦਿੱਤਾ ਹੈ। ਇਹਨੂੰ ਮਨੋਵਿਗਿਆਨ ਕਹਿੰਦਾ। ਇਹ ਡਿਪਰੈਸ਼ਨ, ਇਹ ਦੁੱਖ ਤੇਰੇ ਮਨ ਦੀ ਸੋਚ ਉੱਤੇ ਡਿਪੈਂਡ ਹੈ। ਜਦੋਂ ਤੂੰ ਸੋਚਣ ਲੱਗਦਾ ਨਾ, ਹਾਏ ਮੇਰਾ ਕਿਤੇ ਗੁਆਚ ਨਾ ਜਾਵੇ, ਤੂੰ ਬਿਮਾਰ ਹੋਣਾ। ਇਹ ਸਮਝ ਉਹਨੇ ਦਿੱਤਾ, ਪਹਿਲਾਂ ਕੀ ਸੀ ਅੱਜ ਤੈਨੂੰ ਕੀ ਦੇ ਦਿੱਤਾ। ਉਹ ਜਿਹਨੇ ਇੱਥੋਂ ਤੱਕ ਤੈਨੂੰ ਲਿਆਂਦਾ ਉਹ ਅੱਗੇ ਵੀ ਲੈ ਕੇ ਜਾਏਗਾ। ਉਹਦੇ ਉੱਤੇ ਵਿਸ਼ਵਾਸ ਰੱਖ, ਉਹਦੇ ਤੇ ਭਰੋਸਾ ਰੱਖ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਮੈਂਟਲੀ ਪ੍ਰਪੇਅਰ ਕਰਨਗੇ ਕਿ ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਇਹ ਰੱਬ ਵੱਲੋਂ ਦਿੱਤੇ ਹੋਏ ਨੇ। ਹਾਂ, ਇੱਕ ਅਰਦਾਸ ਜ਼ਰੂਰ ਕਰਿਆ ਕਰੋ, ਦਾਤਾ ਦੁੱਖ ਆਉਣਾ ਚਾਹੀਦਾ, ਕਿਉਂਕਿ ਦੁੱਖ ਆਉਣ ਨਾਲ ਰੱਬ ਦਾ ਨਾਮ ਚੇਤੇ ਆਉਂਦਾ। ਪਰ ਹੇ ਸਤਿਗੁਰੂ ਕਿਰਪਾ ਕਰਿਓ, ਦੁੱਖ ਵੱਡਾ ਨਹੀਂ ਹੋਣਾ ਚਾਹੀਦਾ। ਮਹਾਰਾਜ ਦੁੱਖ ਆਉਣਾ ਚਾਹੀਦਾ, ਕਿਉਂਕਿ ਦੁੱਖ ਦਾਰੂ ਸੁੱਖ ਰੋਗ ਭਇਆ, ਪਰ ਦੁੱਖ ਲੰਬਾ ਨਹੀਂ ਹੋਣਾ ਚਾਹੀਦਾ। ਇਹ ਗੁਰੂ ਅੱਗੇ ਅਰਦਾਸ ਜ਼ਰੂਰ ਕਰਿਓ। ਫਿਰ ਸਾਧ ਸੰਗਤ, ਗੁਰੂ ਤੁਹਾਨੂੰ ਸੰਸਾਰ ਵਿੱਚ ਦੁੱਖ ਸੁੱਖ ਵਿੱਚੋਂ ਤੋਰਦਿਆਂ ਜੀਵਨ ਸਫਲ ਕਰ ਦਿੰਦਾ। ਅੱਜ ਮਹਾਰਾਜ ਨੇ ਕਿਹਾ ਜਿਹੜੇ ਵਿਛੜ ਗਏ ਗੁਰੂ ਤੋਂ, ਮਾਇਆ ਦੀ ਤੰਗ ਰੱਖੀ, ਗੁਰੂ ਨੂੰ ਛੱਡ ਕੇ ਚਲੇ ਗਏ, ਉਹ ਫਿਰ ਦਰ ਤੇ ਢੋਈ ਨਹੀਂ ਮਿਲੀ। ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕੋ ਦਰ ਢੋਈ ਨਾਹੀ। ਕੋਈ ਜਾਏ ਮਿਲੇ ਤਿਨ ਨਿੰਦਕਾਂ, ਮੂੰਹ ਫਿੱਕੇ ਥੁੱਕ ਥੁੱਕ ਮੂੰਹ ਪਾਹੀ। ਕਹਿੰਦੇ ਭਾਈ ਉਹ ਮੂੰਹ ਤੋਂ ਫਿੱਕੇ ਹੋ ਗਏ, ਕਿਉਂਕਿ ਗੁਰੂ ਨੇ ਫਿਟਕਾਰ ਦਿੱਤੇ। ਪਹਿਲਾਂ ਗੁਰੂ ਕੋਲੋਂ ਦਾਤਾਂ ਲੈਂਦੇ ਰਹੇ, ਜਿੱਦਣ ਇੱਕ ਅਰਦਾਸ ਪੂਰੀ ਨਾ ਹੋਈ ਉਹ ਦਰ ਛੱਡ ਕੇ ਕਿਸੇ ਹੋਰ ਪਾਸੇ ਚਲੇ ਗਏ। ਇੱਕ ਦਿਨ ਗੁਰੂ ਨੇ ਫਿਟਕਾਰ ਦਿੱਤੇ, ਫਿਰ ਉਹਨਾਂ ਨੂੰ ਫਿਰ ਕਿਸੇ ਨੇ ਮੂੰਹ ਨਹੀਂ ਲਾਇਆ, ਉਹ ਫਿੱਕੇ ਮੂੰਹ ਹੋ ਗਏ। ਔਰ ਪਾਤਸ਼ਾਹ ਬਚਨ ਕਹਿੰਦੇ, ਜੋ ਸਤਿਗੁਰ ਫਿਟ ਕੇ ਸੇ ਸਭ ਜਗਤ ਫਿਟ ਕੇ, ਨਿਤ ਭੰਬਲ ਪੂਸੇ ਖਾਹੀ। ਉਹ ਡੱਕੋ ਡੋਲੇ ਰਹਿੰਦੇ ਨੇ, ਕਦੇ ਵੀ ਅਡੋਲ ਨਹੀਂ ਹੁੰਦੇ, ਡਰ ਵਿੱਚ ਰਹਿੰਦੇ ਨੇ, ਡੋਲਦੇ ਰਹਿੰਦੇ ਨੇ, ਦੁਖੀ ਰਹਿੰਦੇ ਨੇ। ਕਿਉਂ? ਗੁਰੂ ਨੇ ਫਿਟਕਾਰ ਦਿੱਤੇ। ਭਾਈ ਇੰਨੇ ਸਾਲ ਤਾਂ ਤੂੰ ਸਾਡੇ ਕੋਲੋਂ ਲੈਂਦਾ ਰਿਹਾ, ਹੁਣ ਕਿਸੇ ਹੋਰ ਪਾਸੇ ਤੁਰ ਗਿਆ। ਇੰਨੇ ਸਾਲ ਤੋਂ ਗੁਰੂ ਦੇ ਦਰ ਤੇ ਆਉਂਦਾ ਰਿਹਾ, ਦਾਤਾਂ ਲੈ ਕੇ ਇੱਥੋਂ ਤੱਕ ਪਹੁੰਚੇ। ਅੱਜ ਕੋਈ ਇੱਕ ਅਰਦਾਸ ਨਹੀਂ ਪੂਰੀ ਹੋਈ, ਤੂੰ ਕਿਸੇ ਹੋਰ ਬਾਬੇ ਕੋਲੋਂ ਪੁੱਛਣ ਤੁਰ ਗਿਆ। ਹੁਣ ਤੂੰ ਉਹਦੇ ਦੱਸੇ ਉੱਤੇ ਘਰ ਵਿੱਚ ਆਹ ਚੀਜ਼ਾਂ ਰੱਖਣ ਲੱਗ ਪਿਆ। ਔਰ ਸਾਧ ਸੰਗਤ, ਕਈਆਂ ਨੇ ਨੈਟਵਰਕ ਸਿਸਟਮ ਇੰਨਾ ਵਧਾ ਲਿਆ, ਤੁਸੀਂ ਹੈਰਾਨ ਹੋਵੋਗੇ। ਇਨਕਮ ਦੇ ਸਾਧਨ ਕਦੇ ਤੁਹਾਨੂੰ ਸੱਦ ਕੇ ਨਹੀਂ, ਉਹ ਤੁਹਾਨੂੰ ਘਰ ਬੈਠਿਆਂ ਵੀ ਤੁਹਾਤੋਂ ਇਨਕਮ ਕਰ ਲੈਂਦੇ ਨੇ, ਆਪਣੀ ਕਮਾਈ।
ਉਹਨਾਂ ਘਰ ਬੈਠਿਆਂ ਬਿਜ਼ਨਸ ਸ਼ੁਰੂ ਕੀਤਾ। ਜਿਹੜਾ ਸਾਡੇ ਕੋਲ ਆ ਨਹੀਂ ਸਕਦਾ ਉਹ ਸਾਡੇ ਕੋਲੋਂ ਆਨਲਾਈਨ ਪ੍ਰਸ਼ਾਦ ਮੰਗਾਓ, ਆਨਲਾਈਨ ਨਾਰੀਅਲ ਮੰਗਾਓ, ਆਨਲਾਈਨ ਸਾਡੇ ਕੋਲੋਂ ਧਾਗੇ ਮੰਗਾਓ, ਤੁਹਾਡੇ ਘਰਾਂ 'ਚ ਆ ਕੁਝ ਹੋ ਜਾਏਗਾ। ਹੁਣ ਇਹ ਸਾਧ ਸੰਗਤ ਪੜ੍ਹੇ ਲਿਖੇ ਜ਼ਮਾਨੇ ਵਿੱਚ ਸਿੱਧਾ ਫਰਾਡ ਨਹੀਂ ਹੈ ਤੇ ਹੋਰ ਕੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ, ਸਾਨੂੰ ਸੋਝੀ ਮਿਲੇ। ਜਿਨ੍ਹਾਂ ਦਾ ਗੁਰੂ ਜਾਗਦਾ ਉਹਨਾਂ ਨੂੰ ਸਾਧ ਸੰਗਤ ਭਟਕਣਾ ਵਿੱਚ ਨਹੀਂ ਪੈਣਾ ਚਾਹੀਦਾ, ਕਿਉਂਕਿ ਤੁਹਾਡਾ ਗੁਰੂ ਗਿਆਨ ਹੈ, ਕੱਲਾ ਮੱਥਾ ਟੇਕਣਾ ਨਹੀਂ ਹੈ। ਗੁਰੂ ਗਿਆਨ ਹੈ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜੇ 100 ਚੰਦਾ ਉਗਵੇ, ਸੂਰਜ ਚੜੇ 1000। ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਿੱਖਾ ਤੂੰ ਗੁਰੂ ਤੇ ਵਿਸ਼ਵਾਸ ਰੱਖੀ, ਤੈਨੂੰ ਗੁਰੂ ਡੋਲਣ ਨਹੀਂ ਦੇਗਾ। ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਤੋਂ ਆਰਤੀ ਦੀ ਚੌਂਕੀ ਸਮਾਪਤ ਹੁੰਦੀ ਹੈ। ਇਹ ਉਚੇਚੇ ਤੌਰ ਤੇ ਸ਼ਬਦ ਸਿੱਖਾਂ ਨੂੰ ਪੜ੍ਹਾਇਆ ਜਾਂਦਾ। ਕਿਤੇ ਡੋਲ ਨਾ ਜਾਈ, ਜਾਂ ਤੂੰ ਜਨ ਬਣ ਕੇ ਅਰਦਾਸ ਕਰੀ, ਸੇਵਕ ਬਣ ਕੇ ਰਹੀਂ। ਤੇਰੀ ਪੈਜ ਗੁਰੂ ਰੱਖੇਗਾ, ਤੂੰ ਵਿਸ਼ਵਾਸ ਰੱਖੀ। ਤੇਰੇ ਹਰ ਕਾਰਜ ਦੀ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਰੋਜ਼ ਪਾਤਸ਼ਾਹ ਪੜ੍ਹਾਉਂਦੇ ਨੇ, ਪੜੋ ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ। ਕਿਉਂਕਿ ਉਹ ਸਤਿਗੁਰੂ ਹੈ ਜਿਹਨੇ ਇਹ ਲਿਖ ਕੇ ਗਰੰਟੀ ਦਿੱਤੀ ਕਿ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਪਰ ਉਹਦੇ ਵਾਸਤੇ ਜੋ ਤੂੰ ਮੰਗੇ ਤੈਨੂੰ ਮਿਲ ਸਕਦਾ। ਲੋੜ ਇੱਕ ਹੈ, ਵਿਸ਼ਵਾਸ ਰੱਖ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਐਦਾਂ ਕਦੇ ਹੋਇਆ ਵੀ ਬੀਜ ਅੱਜ ਬੀਜਿਆ ਤੇ ਸਵੇਰੇ ਫਸਲ ਵੱਢ ਲਓ? ਐਂ ਕਦੇ ਹੁੰਦਾ ਵੀ ਤੁਸੀਂ ਅੱਜ ਹੀ ਸਕੂਲ ਵਿੱਚ ਦਾਖਲਾ ਲਿਆ, ਕੱਲ੍ਹ ਨੂੰ ਜਾ ਕੇ ਕਹੋ ਮੈਨੂੰ ਜੀ ਡਿਗਰੀ ਦੇ ਦਿਓ, ਮੈਨੂੰ ਕਲਾਸ ਪਾਸ ਕਰ ਦਿਓ? 1 ਸਾਲ ਦੇ ਕਰੀਬਨ ਤਾਂ ਤੁਹਾਡਾ ਬੱਚਾ ਸਕੂਲ 'ਚ ਪੜ੍ਹਦਾ, ਫਿਰ ਅਗਲੀ ਕਲਾਸ 'ਚ ਜਾਂਦਾ ਹੈ। ਬੀਜ ਬੀਜਣ ਤੋਂ ਬਾਅਦ 6 ਮਹੀਨੇ ਉਡੀਕ ਕਰਨੀ ਪੈਂਦੀ ਹੈ, ਫਿਰ ਕਿਲੋਆਂ 'ਚ ਪਾਇਆ ਬੀਜ ਕੁਇੰਟਲਾਂ 'ਚ ਨਿਕਲਦਾ। ਇੱਦਾਂ ਸਾਧ ਸੰਗਤ ਅਰਦਾਸ ਕਰਕੇ ਸੇਵਾ ਕਰੀਏ। ਵਕਤ ਤਾਂ ਲੱਗਦਾ, ਗੁਰੂ ਦੀ ਜ਼ਿੰਮੇਵਾਰੀ ਲੋਕ ਪਰਲੋਕ ਦੀ ਹੈ। ਇਹ ਕੋਈ ਐ ਨਹੀਂ ਹੈ ਵੀ ਤੁਹਾਨੂੰ ਐਂ ਹੀ ਦੇ ਦਿੱਤਾ ਜਾਏ ਅੱਜ, ਕਿਉਂਕਿ ਇੱਥੇ ਬਾਹਰ ਲੌਜਿਕ ਸਿਸਟਮ ਚੱਲਣਾ। ਇੱਦਾਂ ਨਹੀਂ ਹੈ ਵੀ ਗੁਆਂਢੀ ਦਾ ਨਾਲ ਮੰਗਿਆ ਜੀ ਮੈਨੂੰ ਨਾਲ ਦਾ ਪਲਾਟ ਮਿਲ ਜਾਏ, ਤੁਸੀਂ ਕੋਈ ਸਾਡੀ ਤਾਂ ਅਰਦਾਸ ਹੀ ਨਹੀਂ ਪੂਰੀ ਹੁੰਦੀ। ਹੁਣ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਵੀ ਗੁਆਂਢੀ ਦੁਖੀ ਹੋਵੇ, ਉਹ ਵਿਚਾਰੇ ਨੂੰ ਪੈਸੇ ਦੀ ਤੰਗੀ ਆਵੇ, ਫਿਰ ਉਹ ਵੇਚੇ। ਪਰ ਇਹ ਕੰਮ ਮੇਰੇ ਗੁਰੂ ਦਾ ਨਹੀਂ ਹੈ। ਪਹਿਲਾਂ ਮੇਰੇ ਗੁਰੂ ਨੇ ਤੁਹਾਡੇ ਗੁਆਂਢੀ ਨੂੰ ਅੱਗੇ ਜਗ੍ਹਾ ਦੁੱਗਣੀ ਦੇਣੀ ਹੈ, ਫਿਰ ਤੁਹਾਡੇ ਵਾਸਤੇ ਰਾਹ ਖਾਲੀ ਕਰਨਾ ਹੈ। ਕਿਉਂਕਿ ਇਹ ਉਹ ਗੁਰੂ ਹੈ ਜਿਹਦੇ ਦਰ 'ਚ ਮੰਗਿਆ ਜਾਂਦਾ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਹਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਕੱਲਾ ਤੇਰਾ ਨਹੀਂ, ਤੇਰੇ ਗੁਆਂਢੀ ਦਾ ਵੀ ਭਲਾ ਹੋਣਾ। ਇਹ ਉਹ ਨਹੀਂ ਹੈ ਜਿਹਨੇ ਕਿਹਾ ਵੀ ਤੂੰ ਅੱਜ ਕਹਿ ਦਿੱਤਾ ਤੇ ਤੇਰੇ ਗੁਆਂਢੀ ਨੂੰ ਦੁਖੀ ਕਰਕੇ ਜਗ੍ਹਾ ਲੈ ਦੇਵੇ। ਤੈਨੂੰ ਵੀ ਦੇਣਾ ਪਰ ਤੇਰੇ ਗੁਆਂਢ ਦਾ ਵੀ ਭਲਾ ਕਰਨਾ। ਤਾਂ ਪਾਤਸ਼ਾਹ ਬਚਨ ਕਹਿੰਦੇ ਤੂੰ ਵਿਸ਼ਵਾਸ ਰੱਖੀ। ਮਨ ਨੂੰ ਵਿਸ਼ਵਾਸ ਵਿੱਚ ਲਿਆ ਕੇ ਪੜੋ। ਥਿਰ ਘਰ ਵੈਸੋ ਹਰ ਜਨ ਪਿਆਰੇ, ਥਿਰ ਘਰ ਵੈਸੋ ਹਰ ਜਨ ਪਿਆਰੇ, ਥਿਰ ਘਰ ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ। ਆਖੋ ਸਤਨਾਮ ਸ੍ਰੀ। ਅੱਜ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਕਹਿੰਦੇ, ਜਿਨ ਗੁਰ ਗੋਪਿਆ ਆਪਣਾ, ਸੇ ਲੈਂਦੇ ਢਾ ਫਿਰਾਹੀ। ਜਿਹਨੇ ਗੁਰੂ ਦੀ ਨਿੰਦਿਆ ਕੀਤੀ, ਜਿਹਨੇ ਕਿਹਾ ਸਾਨੂੰ ਨਹੀਂ ਕੁਝ ਵੀ ਗੁਰੂ ਕੋਲੋਂ ਮਿਲਿਆ। 10 ਵਸਤੂ ਲੈ ਪਾਛੈ ਪਾਵੇ, ਭੁੱਲ ਗਏ ਪਹਿਲੀਆਂ ਦਾਤਾਂ ਲੈ ਕੇ। ਇੱਕ ਵਸਤ ਕਾਰਨ ਵਿਖੋਟ ਗਵਾਵੇ, ਇੱਕ ਪੀਨਾ ਦੇ 10 ਪੀਹਰ ਲੈ, ਤਉ ਮੂੜਾ ਕੋ ਕਹਾਂ ਕਰੇ। ਜਿਨੀ ਗੁਰੂ ਦੀ ਨਿੰਦਿਆ ਕੀਤੀ, ਆਪਣੇ ਗੁਰੂ ਨੂੰ ਛੁਪਾਇਆ। ਪਾਤਸ਼ਾਹ ਕਹਿੰਦੇ ਭਾਈ ਉਹ ਸਦਾ ਹੀ ਧੱਕੇ ਖਾਂਦੇ ਨੇ। ਉਹਨਾਂ ਵਾਸਤੇ ਕਿਹਾ ਮਨਮੁਖ ਮੂਲੋਂ ਭੁੱਲਿਆ,
ਵਿੱਚ ਲੱਭ ਲੋਭ ਹੰਕਾਰ, ਝਗੜਾ ਕਰਦਿਆਂ ਅੰਦਿਨ ਗੁਦਰੇ, ਸ਼ਬਦ ਨਾ ਕਰੇ ਵਿਚਾਰ, ਸੁਧ ਮਤ ਕਰਤੇ ਸਭ ਹਿਰ ਲਈ। ਉਹ ਮਨਮੁਖ ਦੀ ਸੁਧ ਮਤ ਰੱਬ ਨੇ ਖੋਲ੍ਹੀ ਆ, ਕਹਿੰਦੇ ਸੁਧ ਮਤ ਕਰਤੇ ਸਭ ਹਿਰ ਲਈ, ਬੋਲਣ ਸਭ ਵਿਕਾਰ। ਮਨਮੁਖ ਦੀ ਅਗਲੀ ਨਿਸ਼ਾਨੀ ਪਤਾ ਕੀ ਹੈ? ਕਹਿੰਦੇ ਦਿੱਤਾ ਕਿਤੇ ਨਾ ਸੰਤੋਖੀ ਹੈ। ਜਿਹੜਾ ਰੱਬ ਨੇ ਦਿੱਤਾ ਉਹ ਚ ਰੱਜਿਆ ਨਹੀਂ। ਉਹ ਕਿਰਾਏ ਤੋਂ ਹੌਲੀ ਹੌਲੀ ਆਪਣੇ ਘਰ ਤੇ ਆ ਗਿਆ, 100 ਗਜ ਤੋਂ 200 ਤੇ ਚਲਾ ਗਿਆ, ਰੱਜਿਆ ਨਹੀਂ ਉਹ। ਦਿੱਤਾ ਕਿਤੇ ਨਾ ਸੰਤੋਖੀ ਹੈ, ਅੰਤਰ ਤ੍ਰਿਸ਼ਨਾ ਬਹੁ ਅਗਿਆਨ ਅੰਧਿਆਰ। ਅੰਦਰ ਤ੍ਰਿਸ਼ਨਾ ਹੈ, ਭੁੱਖ ਹੈ, ਅਗਿਆਨਤਾ ਹੈ, ਦੁੱਖ ਹੈ। ਤੇ ਮਹਾਰਾਜ ਸਾਨੂੰ ਕੀ ਹੁਕਮ ਹੈ? ਕਹਿੰਦੇ ਐਦਾਂ ਦੇ ਬੰਦਿਆਂ ਤੋਂ ਦੂਰ ਹੀ ਰਹੀ। ਕਿਉਂ? ਉਹਨੇ ਤੁਹਾਨੂੰ ਵੀ ਤ੍ਰਿਸ਼ਨਾ ਲਾ ਦੇਣੀ ਹੈ, ਉਹਨੇ ਤੁਹਾਨੂੰ ਵੀ ਤ੍ਰਿਸ਼ਨਾ ਦਾ ਰੋਗ ਲਾ ਦੇਣਾ। ਇਸ ਲਈ ਇਹਨਾਂ ਨਾਲੋਂ ਦੂਰ ਰਹੀ। ਨਾਨਕ ਮਨ ਮੁਖਾਂ ਨਾਲੋਂ ਟੁੱਟੀ ਭਲੀ, ਜਿਨਾ ਮਾਇਆ ਮੋਹ ਪਿਆਰ। ਫਿਰ ਇਹੋ ਜਿਹੇ ਨਿੰਦਕ, ਇਹੋ ਜਿਹੇ ਮਨਮੁਖ ਨੂੰ 5 ਉਦਾਹਰਨਾਂ ਦੇ ਕੇ ਭਾਈ ਗੁਰਦਾਸ ਸਾਹਿਬ ਨੇ ਇੱਕ ਪੌੜੀ ਲਿਖੀ। ਕਹਿੰਦੇ ਵੇਖੋ ਭਾਈ ਕਿਹੋ ਜਿਹਾ ਰਤਨ ਗਲੇ, ਰਤਨ ਗਲੇ ਬਣ ਬਾਂਦਰੀ, ਕਿਉਂ ਕੀਮ ਨਾ ਜਾਣੇ। ਕਹਿੰਦੇ ਬਾਂਦਰ ਦੇ ਗਲ 'ਚ ਰਤਨਾਂ ਦਾ ਹਾਰ ਪਾ ਦਿਓ। ਰਤਨ ਮਣੀ ਗਲ ਬਾਂਦਰੈ, ਕਿਉਂ ਕੀਮ ਨਾ ਜਾਣੇ। ਉਹਨੂੰ ਕੀ ਪਤਾ ਕਿ ਇਹ ਰਤਨਾਂ ਦਾ ਹਾਰ ਹੈ, ਬਾਂਦਰ ਨੂੰ ਕੀ ਪਤਾ ਕੀਮਤ ਦਾ। ਕਹਿੰਦੇ ਇਦਾਂ ਮਨਮੁਖ ਬੰਦੇ ਦਾ ਮਨ ਜਿਹੜਾ ਬਾਂਦਰ ਨਿਆਈ, ਉਹਨੂੰ ਕੀ ਪਤਾ ਹੈ ਵੀ ਗੁਰੂ ਕੋਲੋਂ ਕੀ ਮਿਲਣਾ। ਉਹ ਤਾਂ ਆਪਣੇ ਸਵਾਰਥਾਂ ਲਈ ਭਟਕਦਾ, ਜਿੱਥੇ ਉਹਨੂੰ ਦੱਸ ਦੋ ਉੱਥੇ ਚਲੇ ਜਾਂਦਾ ਪੁੱਛਣ। ਉਹਨੂੰ ਕੀ ਪਤਾ ਇਹਦੀ ਕੀ ਕੀਮਤ ਹੈ। ਰਤਨ ਮਣੀ ਗਲ ਬਾਂਦਰੈ, ਕਿਉਂ ਕੀਮ ਨਾ ਜਾਣੇ। ਕੜਛੀ ਸਾਓ ਨਾ ਸੰਭਲੇ, ਭੋਜਨ ਰਸ ਖਾਣੇ। ਕਹਿੰਦੇ ਕੜਛੀ ਨਾਲ ਕਿੰਨੀਆਂ ਸਬਜ਼ੀਆਂ, ਕਿੰਨੇ ਭੋਜਨ ਰੋਜ਼ ਬਣਦੇ, ਕਦੇ ਕੜਛੀ ਨੂੰ ਸਵਾਦ ਆਉਂਦਾ ਵੇ ਕੀ ਹੈ। ਐਦਾਂ ਭਾਈ ਮਨਮੁਖ ਨੂੰ ਗੁਰੂ ਦੇ ਘਰੋਂ, ਗੁਰੂ ਦੇ ਸ਼ਬਦ ਦਾ ਰਸ ਸਵਾਦ ਨਹੀਂ ਆ ਰਿਹਾ। ਉਹ ਤਾਂ ਮੰਗਾਂ ਲੈ ਕੇ ਆਉਂਦਾ, ਹੋ ਜਾਣ ਪੂਰੀਆਂ ਠੀਕ ਹੈ, ਨਹੀਂ ਹੋਰ ਥਾਂ ਤੇ ਚਲਿਆ ਜਾਂਦਾ। ਕੜਛੀ ਸਾਓ ਨਾ ਸੰਭਲੇ, ਭੋਜਨ ਰਸ ਖਾਣੇ। ਡੱਡੂ ਚਿੱਕੜ ਬਾਸ ਲੈ, ਕਵਲੇ ਨਾ ਸਿਆਣੇ। ਕਹਿੰਦੇ ਡੱਡੂ ਤਾਂ ਚਿੱਕੜ ਹੀ ਖਾਂਦਾ ਨਾ, ਉਹ ਵਿੱਚ ਕਮਲ ਦਾ ਫੁੱਲ ਹੋਵੇ ਉਹਨੂੰ ਸਾਰ ਹੀ ਨਹੀਂ ਵੇ ਕਮਲ ਦਾ ਫੁੱਲ ਵੀ ਹੈ। ਐਦਾਂ ਕਹਿੰਦੇ ਮਨਮੁਖ ਡੱਡੂ ਦੀ ਨਿਆਈ ਹੈ। ਉਹ ਤਾਂ ਇੱਥੋਂ ਮੰਗਣ ਹੀ ਆਉਂਦਾ, ਜੇ ਮਿਲ ਜਾਏ ਠੀਕ ਹੈ। ਉਹਨੂੰ ਨਹੀਂ ਗੁਰੂ ਦੇ ਸ਼ਬਦ ਦਾ ਰਸ, ਉਹਨੂੰ ਬਾਣੀ ਨਾਲ, ਸਿੱਖੀ ਨਾਲ, ਗੁਰੂ ਨਾਲ ਪਿਆਰ ਨਹੀਂ ਹੈ। ਤੁਸੀਂ ਜਿਹੜੇ ਅਸਥਾਨ ਤੇ ਬੈਠੇ ਹੋ, ਕਦੇ ਮਨ 'ਚ ਧਾਰਿਓ, ਸਾਤੋਂ ਤਾਂ ਪੂਰਾ ਪੂਰਾ ਬਾਣੀ ਦਾ ਨੇਮ ਵੀ ਨਹੀਂ ਕਮਾਇਆ ਜਾਂਦਾ। ਉਹਨਾਂ ਸ਼ਹੀਦਾਂ ਦੀ, ਗੁਰਸਿੱਖਾਂ ਦੀ ਜਗ੍ਹਾ ਤੇ ਬੈਠੇ ਹੋ, ਜਿਨੀ ਪਰਿਵਾਰ ਬੱਚੇ ਛੱਡ ਕੇ ਗੁਰੂ ਨਾਲ ਸ਼ਹਾਦਤ ਦਿੱਤੀ ਹੈ। ਆਪਾਂ ਕੋਈ ਸ਼ਹਾਦਤ ਦੇ ਸਕਦੇ? ਅੱਧਾ ਘੰਟਾ ਕੱਢ ਕਰਕੇ ਘਰੋਂ ਕੱਢ ਕੇ ਆਈਦਾ, ਉਹ 'ਚ ਵੀ 20 ਵਾਰ ਮੋਬਾਈਲ ਵੇਖੀ ਦੇ ਵੀ ਜਾਣੇ। ਅੱਧੇ ਘੰਟੇ ਲਈ ਵਕਤ ਕੱਢੀ ਦੇ। ਕਦੇ ਸੋਚਿਓ ਆਪਾਂ ਗੁਰੂ ਦੇ ਪ੍ਰੇਮ ਵਿੱਚ ਬਹੁਤ ਘੱਟ ਆਉਂਦੇ, ਆਪਣੀਆਂ ਮੰਗਾਂ ਲੈ ਕੇ ਆ ਰਹੇ। ਜਿੱਦਣ ਮੰਗਾਂ ਪੂਰੀਆਂ ਹੋ ਜਾਂਦੀਆਂ ਉਦਣ ਗੁਰੂ ਦਾ ਕੰਮ ਐਕਸਟਰਾ ਵੇ। ਜੇ ਲੱਗ ਗਿਆ ਟਾਈਮ ਚੱਲ ਜਾਂਗੇ, ਨਹੀਂ ਤਾਂ ਨਾ ਸਹੀ। ਜੇ ਵਕਤ ਮਿਲਿਆ ਨਿਤਨੇਮ ਕਰ ਲਾਂਗੇ, ਨਹੀਂ ਤਾਂ ਨਾ ਸਹੀ। ਫਿਰ ਗੁਰੂ ਦਾ ਨਿਤਨੇਮ, ਗੁਰੂ ਦੀ ਸੇਵਾ ਐਕਸਟਰਾ ਵਿੱਚ ਰੱਖ ਲਈ, ਅਲੱਗ ਹੋ ਗਈ ਤਾਂ ਠੀਕ ਹੈ। ਅਦਰ ਵਿੱਚ ਪਾਤਸ਼ਾਹ ਬਚਨ ਕਹਿੰਦੇ ਭਾਈ ਗੁਰੂ ਦੇ ਸਿੱਖਾਂ ਅੰਦਰ ਪ੍ਰੇਮ ਪੈਦਾ ਹੋਵੇ, ਡੱਡੂ ਵਾਲਾ ਕੰਮ ਨਾ ਕਰ, ਉਹਨੂੰ ਕਮਲ ਦੀ ਸਹਾਰ ਨਹੀਂ ਹੈ। ਭਾਈ ਗੁਰਦਾਸ ਜੀ ਕਹਿੰਦੇ ਡੱਡੂ ਚਿੱਕੜ ਵਾਸ ਲੈ, ਕਵਲੇ ਨਾ ਸਿਆਣੇ। ਨਾਭ ਕਥੂਰੀ ਮਿਰਗ ਦੇ, ਮਿਰਗ ਕਹਿੰਦੇ ਹਿਰਨ ਨੂੰ, ਉਹਦੀ ਨਾਭੀ 'ਚ ਕਸਤੂਰੀ ਹੈ, ਪਰ ਉਹਨੂੰ ਕਸਤੂਰੀ ਦੀ ਸਹਾਰ ਨਹੀਂ, ਉਹ ਭਟਕਦਾ ਰਹਿੰਦਾ ਫਿਰਦਾ ਹੈ ਰਾਣੇ। ਗੁੱਜਰ ਗੋਰਸ ਵੇਚ ਕੇ ਖੜ ਸੂਣੀ ਆਣੇ। ਕਹਿੰਦੇ ਗੁੱਜਰ ਦੇ ਡਰਮ ਭਰ ਜਾਂਦੇ ਦੁੱਧ ਦੇ, ਉਹਨੇ ਪਸ਼ੂ ਰੱਖੇ ਹੁੰਦੇ, ਪਰ ਉਹ ਦੁੱਧ ਵੇਚ ਕੇ ਪਤਾ ਕੀ ਲਿਆਉਂਦਾ? ਖਾਲੀ ਚੱਕੀ ਆਉਂਦਾ ਘਰ ਨੂੰ, ਤੂੜੀ ਚੱਕ ਕੇ ਲੈ ਆਉਂਦਾ। ਉਹ ਦੁੱਧ ਪੀਣ ਦਾ ਹੁਕਮ ਨਹੀਂ ਉਹਨੂੰ। ਤਾਈਓ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ ਅੰਦਰ ਕਹਿੰਦੇ ਰੇ ਦਾਦਰ ਤੂੰ ਕਬੈ ਨਾ ਜਾਣ ਸਰੇ। ਦਾਦਰ ਕਹਿੰਦੇ ਡੱਡੂ ਨੂੰ। ਭਖਸ ਸਵਾਲ ਕਹਿੰਦੇ ਗੰਦਗੀ ਖਾਈ ਜਾਂਦਾ, ਕਮਲ ਦੇ ਫੁੱਲ ਦਾ ਨਹੀਂ ਪਤਾ ਉਹ ਵੀ ਕੋਲ ਹੈ। ਭਖਸ ਸਵਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸਰੇ। ਕਹਿੰਦੇ ਤੇਰੀ ਹਾਲਤ ਇੱਦਾਂ ਦੀ ਹੋ ਗਈ ਮਨਮੁਖਾ, ਐਂ ਹਾਲਤ ਹੋ ਗਈ ਜਿਵੇਂ ਪਿਸਨ ਪ੍ਰੀਤ ਤੂੰ ਕਬੈ ਨਾ ਛੋਡਸ। ਕਹਿੰਦੇ ਪਿੱਸੂ ਜਿਹੜਾ ਉਹ ਦੁੱਧ ਦੇ ਕੋਲ ਹੀ ਰਹਿੰਦਾ, ਉਹਨੂੰ ਦੁੱਧ ਪੀਣ ਦਾ ਹੁਕਮ ਨਹੀਂ। ਇਸ ਲਈ ਭਾਈ ਮਨਮੁਖ ਮੂਲੋਂ ਭੁੱਲਿਆ, ਉਹ ਮੁੱਢ ਤੋਂ ਭੁੱਲ ਗਿਆ।
ਬੇਮੁਖ ਨਿੰਦਕ ਭੁੱਲਿਆ ਦੁੱਖ ਸਹਿ ਜਮਾਣੈ। ਜਮਾਣੈ ਦਾ ਅਰਥ ਜਮ, ਕਹਿੰਦੇ ਜਮਾਂ ਦਾ ਦੁੱਖ ਨੂੰ ਸਹਿਣਾ ਪੈਂਦਾ, ਇਸ ਲਈ ਇਕੱਲੇ ਪਦਾਰਥ ਨਾ ਮੰਗ, ਗੁਰੂ ਦੇ ਕੋਲੋਂ ਨਾਮ ਮੰਗ ਜਿਹਨੇ ਜਮਾਂ ਤੋਂ ਛਡਾਉਣਾ। ਜਿੱਥੇ ਪੈਸਾ ਪੁੱਤਰ ਧੀਆਂ ਕੰਮ ਨਹੀਂ ਆਉਣਗੇ, ਉੱਥੇ ਸਿਰਫ ਗੁਰੂ ਦਾ ਨਾਮ ਕੰਮ ਆਉਣਾ। ਪੜੋ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ। ਉੱਥੇ ਪੈਸੇ ਦੇ ਕੇ ਛੁੱਟ ਜਾਂਗੇ, ਵੇਰਨੇ ਕੋ ਪੈਸੇ ਲੈ ਲਓ ਛੱਡ ਦਿਓ। ਜੈ ਮਹਾ ਭਿਆਨ ਦੂਤ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰੇ ਚੱਲੈ। ਇਸ ਲਈ ਭਾਈ ਜੇ ਤੂੰ ਗੁਰੂ ਤੋਂ ਦੂਰ ਹੋ ਗਿਆ, ਫਿਰ ਤਿਨ ਕੀ ਭੁੱਖ ਕਦੇ ਨਾ ਉਤਰੈ। ਨਿਤ ਭੁੱਖਾਂ ਭੁੱਖ ਕੋ ਕਾਹੀ, ਤੂੰ ਰੱਜਣਾ ਨਹੀਂ ਹੈ। ਇੱਕ ਉਮਰ ਇਦਾਂ ਦੀ ਆ ਜਾਣੀ ਜਿੱਥੇ ਇਹ ਮਾਇਆ ਤੇਰੇ ਕੋਲ ਹੈ, ਪਰ ਤੈਨੂੰ ਖਰਚਣ ਦਾ ਹੁਕਮ ਨਹੀਂ ਹੈ। ਤੁਸੀਂ ਹੈਰਾਨ ਹੋਵੋਗੇ, ਮੈਂ ਇਸ ਤਰ੍ਹਾਂ ਦੇ ਲੋਕ ਵੀ ਵੇਖੇ। ਇੱਕ ਅਵਸਥਾ ਹੈ ਜਿੱਥੇ ਮਾਇਆ ਮੰਗੀ ਜਾਂਦੇ ਵੇ, ਹੋਰ ਆ ਜਾਏ, ਹੋਰ ਆ ਜਾਏ, ਹੋਰ ਆ ਜਾਏ। ਇੱਕ ਉਮਰ ਇਦਾਂ ਦੀ ਆ ਗਈ ਜਿੱਥੇ ਮਾਇਆ ਇੰਨੀ ਆ ਗਈ, ਉਹਨਾਂ ਨੂੰ ਡਿਪਰੈਸ਼ਨ ਪਤਾ ਕਾਹਦਾ ਹੋ ਗਿਆ, ਖਰਚਣੀ ਕਿੱਥੇ ਹੈ, ਪੈਸੇ ਕਿੱਥੇ ਖਰਚੀਏ। ਉਹਨਾਂ ਨੂੰ ਡਿਪਰੈਸ਼ਨ ਇਸ ਚੀਜ਼ ਦਾ ਹੋ ਗਿਆ, ਕਿਉਂਕਿ ਧਰਮ ਵੱਲ ਦੇ ਪਾਸੇ ਖਰਚ ਨਹੀਂ ਸਕਦੇ, ਉਹਨਾਂ ਨੂੰ ਹੁਕਮ ਨਹੀਂ ਹੈ, ਔਰ ਉਮਰ ਵਿਰਧ ਹੋ ਗਈ ਹੈ। ਹੁਣ ਮਾੜੇ ਪਾਸੇ ਕਿੱਥੇ ਜਾ ਕੇ ਸੁੱਟਣ, ਉਹ ਡਿਪਰੈਸ਼ਨ ਚਲੇ ਗਏ ਵੀ ਮਾਇਆ ਕਿੱਥੇ ਖਰਚੀਏ, ਪੈਸੇ ਕਿੱਥੇ ਖਰਚੀਏ। ਸਤਿਗੁਰੂ ਬਚਨ ਕਹਿੰਦੇ ਨਿਤ ਭੁੱਖਾ ਭੁੱਖ ਕੋ ਕਾਹੀ, ਉਹਨਾਂ ਦਾ ਆਖਿਆ ਕੋ ਨਾ ਸੁਣੈ। ਨਿਤ ਹੌਲੇ ਹੌਲ ਮਰਾਹੀ। ਭਾਈ ਉਹ ਹੌਲ ਵਿੱਚ ਦੁਖੀ ਰਹਿੰਦੇ ਨੇ, ਉਹਨਾਂ ਦੇ ਅੰਦਰ ਹੌਲ ਉੱਠਦੇ ਰਹਿੰਦੇ, ਉਹ ਲੋਕ ਬਿਮਾਰ ਰਹਿੰਦੇ, ਗੁਰੂ ਤੋਂ ਦੂਰ ਹੋ ਜਾਂਦੇ, ਤੇ ਉਹ ਮਾਨਸਿਕ ਤੌਰ ਤੇ ਗੁਰੂ ਤੋਂ ਵਿਛੜਨ ਤੋਂ ਬਾਅਦ ਉਹਨਾਂ ਦੇ ਅੰਦਰ ਦੁੱਖ ਪੈਦਾ ਹੁੰਦਾ। ਕੋਈ ਉਹਨਾਂ ਦਾ ਇਤਵਾਰ ਨਹੀਂ ਕਰਦਾ, ਉਹ ਚਿੰਤਾ ਤੇ ਫਿਕਰ ਵਿੱਚ ਹੀ ਭਟਕਦੇ ਰਹਿੰਦੇ। ਅੱਜ ਜਿਹੜੇ ਅਸਥਾਨ ਤੇ ਤੁਸੀਂ ਬੈਠੇ ਹੋ ਨਾ, ਜਦੋਂ ਇਸ ਪਾਵਨ ਅਸਥਾਨ ਦੀ ਸੇਵਾ ਸ਼ੁਰੂ ਹੋਈ, ਦਹਾਕਿਆਂ ਦੇ ਦਹਾਕੇ ਗੁਜ਼ਰ ਗਏ। ਜਿਹੜੇ ਮਹਾਂਪੁਰਸ਼ਾਂ ਪਹਿਲਾਂ ਜਗ੍ਹਾ ਲਈ, ਸਾਧ ਸੰਗਤ ਲੋਕਾਂ ਨੂੰ ਕਿਹਾ ਭਾਈ ਜਗ੍ਹਾ ਦੇ ਦਿਓ, ਗੁਰੂ ਦਾ ਘਰ ਵੱਡਾ ਬਣਾਉਣਾ, ਪੈਸੇ ਲੈ ਲਓ, ਕਿਤੇ ਹੋਰ ਲੈ ਲਓ। ਇੱਕ ਸੱਜਣ ਅੜਿਆ ਰਿਹਾ, ਉਹਨੇ ਕਿਹਾ ਪੈਸੇ ਵੱਧ ਮਿਲਣਗੇ, ਲਾਲਚ ਵੱਧਦਾ ਰਿਹਾ। ਇੱਕ ਦਿਨ ਉਹਨੇ ਕਹਿ ਦਿੱਤਾ ਜੀ ਮੈਂ ਵੀ ਜਗ੍ਹਾ ਵੇਚਣੀ ਹੈ, ਗੁਰਦੁਆਰੇ ਦੇ ਨਾਲ ਲੱਗਦੀ ਹੈ, ਲੰਗਰ ਵੱਲ ਦੇ ਪਾਸੇ, ਜਗ੍ਹਾ ਥੋੜੀ ਪਰ ਪੈਸੇ ਮੈਂ 3 ਲੱਖ ਲੈਣੇ। ਉਹ ਮਹਾਂਪੁਰਸ਼ਾਂ ਪੁੱਛਿਆ ਭਾਈ ਭਲਾ ਜ਼ਮਾਨਾ ਹੈ, 3 ਲੱਖ ਜ਼ਿਆਦਾ ਹੈ, ਇੰਨੇ ਦਾ ਤਾਂ ਕਿਸੇ ਦਾ ਵੀ ਨਹੀਂ, ਤੇਰੀ ਜਗ੍ਹਾ ਥੋੜੀ ਹੈ। ਕਹਿੰਦਾ ਨਹੀਂ ਜੀ ਇਹ ਤੋਂ ਘੱਟ ਨਹੀਂ ਦੇਣੀ। ਤਾਂ ਮਹਾਂਪੁਰਸ਼ ਕਹਿੰਦੇ ਚੱਲ ਫਿਰ ਤੈਨੂੰ ਦੇ ਦਾਂਗਾ ਜਗ੍ਹਾ। ਕਹਿੰਦਾ ਜੀ ਦੇ ਦਾਂਗਾ। ਜਦੋਂ ਉਹਨਾਂ ਕਿਹਾ ਲਿਆਓ ਵੀ ਕਾਗਜ਼ ਸਾਈਨ ਕਰਾਓ, 3 ਲੱਖ ਦੇ ਦਈਏ। ਕਹਿੰਦਾ ਜੀ 1 ਮਿੰਟ ਮੈਂ ਘਰ ਸਲਾਹ ਕਰ ਆਵਾਂ। ਕਹਿੰਦੇ ਵੀ ਦੇਖ ਤੇਰਾ ਮਨ ਹੁਣ ਡੋਲ ਗਿਆ। ਘਰ ਗਿਆ, ਘਰੋਂ ਆ ਕੇ ਕਹਿੰਦਾ ਜੀ ਘਰ ਵਾਲੀ ਕਹਿੰਦੀ 3 ਲੱਖ ਨੂੰ ਨਹੀਂ ਦੇਣੀ ਜਗ੍ਹਾ, 5 ਲੈਣਾ। ਕਹਿੰਦੇ ਵੀ ਤਾਂ 5 ਬਹੁਤ ਜ਼ਿਆਦਾ ਹੈ। ਕਹਿੰਦਾ ਨਹੀਂ ਜੀ 5 ਲੱਖ ਲੈਣਾ। ਕਹਿੰਦੇ ਚੱਲ ਹੁਣ 5 ਨੂੰ ਲਿਖ ਦਈਏ ਫਿਰ। ਮਨ ਦੇਖੋ ਕਿਹੋ ਜਿਹਾ, ਨਿਤ ਭੁੱਖਾ ਭੁੱਖ ਕੋ ਕਾਹੀ, ਇਹਦਾ ਮਨ ਦਾ ਕੋਈ ਵਿਸ਼ਵਾਸ ਨਹੀਂ। ਉਹ ਕਹਿੰਦਾ ਜੀ 5, ਕਹਿੰਦਾ ਜੀ ਤੁਹਾਡੇ ਕੋਲ ਤਾਂ ਪੈਸੇ ਬਹੁਤ ਆ, 6 ਦੇ ਦਿਓ। ਮਹਾਂਪੁਰਸ਼ ਕਹਿੰਦੇ ਅੱਛਾ ਚੱਲ 6 ਨੂੰ ਲਿਖ ਦਈਏ। ਕਹਿੰਦੇ 7 ਲੱਖ ਦੇ ਦਿਓ। ਫਿਰ ਉਹ ਬਾਬਾ ਜੀ ਇੱਕਦਮ ਬੋਲੇ, ਕਹਿੰਦੇ ਤੂੰ ਕਿਤੇ ਪਾਗਲ ਤੇ ਨਹੀਂ ਹੋ ਗਿਆ, 2-2.5 ਲੱਖ ਦੀ ਜਗ੍ਹਾ ਤੂੰ 7 ਲੱਖ ਤੇ ਚਲਾ ਗਿਆ, ਪਾਗਲ ਤੇ ਨਹੀਂ ਹੋ ਗਿਆ। ਕਹਿੰਦਾ ਨਹੀਂ ਜੀ ਜੇ ਦੇ ਦਿਓ। ਕਹਿੰਦੇ ਚੱਲ ਚੱਕ। ਫਿਰ ਥੈਲੇ ਭਰ ਤੇ ਬੋਰੀਆਂ, ਪੈਸੇ ਛੋਟੇ ਹੁੰਦੇ ਸੀ, ਵੱਡੀ ਬੋਰੀ ਭਰ ਦਿੱਤੀ, ਉਹਨੂੰ ਚੁਕਾ ਦਿੱਤੀ ਪੈਸਿਆਂ ਦੀ। ਕਈ ਘੰਟੇ ਪੈਸੇ ਗਿਣਨ ਨੂੰ ਲੱਗੇ, ਫਿਰ ਲਿਖਾ ਪੜੀ ਹੋ ਗਈ। ਜਦੋਂ ਚੁੱਕੇ ਲੰਘਿਆ ਕਿਲਾ ਵਾਲਾ ਚਾਂਦਨੀ ਚੌਂਕ ਲੰਘਿਆ, ਕਹਿੰਦੇ ਸਾਧ ਸੰਗਤ ਉਹ ਸੱਚਮੁੱਚ ਪਾਗਲ ਹੋ ਗਿਆ, ਕਿਉਂਕਿ ਉੱਥੋਂ ਬੋਰੀ ਚੁੱਕ ਕੇ ਪੈਸਿਆਂ ਦੀ ਸੋਚਣ ਲੱਗਿਆ ਖਰਚਣੇ ਕਿੱਥੇ ਆ ਹੁਣ ਇੰਨੇ ਪੈਸੇ, ਇਹ ਪੈਸੇ ਖਰਚਾਂਗਾ ਕਿੱਥੇ। ਬਸ ਉਹ ਇੰਨੀ ਚਿੰਤਾ ਵਿੱਚ ਉਹ ਸੱਚਮੁੱਚ ਪਾਗਲ ਹੋ ਗਿਆ। ਪੈਸੇ ਖਿਲਾਰੇ ਉਹਦੇ ਘਰ ਵਾਲੇ ਲੈ ਕੇ ਗਏ। ਫਿਰ ਉਹਨਾਂ ਮਹਾਂਪੁਰਸ਼ਾਂ ਨੂੰ ਕਿਹਾ ਜੀ ਉਹ ਬੰਦਾ ਪਾਗਲ ਹੋ ਗਿਆ। ਕਹਿੰਦੇ ਭਾਈ ਅਸੀਂ ਨਹੀਂ ਕੁਝ ਵੀ ਕਰ ਸਕਦੇ, ਜੇ ਕੋਈ ਪੈਸੇ ਘੱਟ ਨੇ ਸਾਤੋਂ ਹੋਰ ਲੈ ਲਓ, ਉਹ 'ਚ ਅਸੀਂ ਨਹੀਂ ਕੁਝ ਕਰ ਸਕਦੇ। ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਾਣਨ, ਤੇ ਉਹ ਜਾਣਨ ਵੀ ਸਾਨੂੰ ਉਹਦੇ ਵਿੱਚ ਕੁਝ ਨਹੀਂ। ਕਹਿਣ ਤੋਂ ਭਾਵ ਹੈ ਇਹ ਮਨ ਨਹੀਂ ਰੱਜਦਾ, ਇੱਕੋ ਚੀਜ਼ ਨਾਲ ਰੱਜਣਾ, ਗੁਰੂ ਦੇ ਸ਼ਬਦ ਨਾਲ। ਨਹੀਂ ਤੇ ਹਜ਼ੂਰ ਕਹਿੰਦੇ ਸਹਿਸ ਖਟੇ ਲੱਖ ਕੋਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਅਨਕ ਭੋਗ ਵਿਖਿਆ ਕੇ ਕਰੇ, ਨੈ ਤ੍ਰਿਪਤਾਵੇ ਖਪ ਖਪ ਮਰੇ। ਨਿਤ ਭੁੱਖਾ ਭੁੱਖ ਕੋ ਕਾਹੀ, ਉਹ ਕੂਕਦਾ ਦੁਖੀ ਰਹਿੰਦਾ ਉਹਦੇ ਵਿੱਚ। ਅੱਗੇ ਮਹਾਰਾਜ ਬਚਨ ਕਹਿੰਦੇ ਸਤਿਗੁਰ ਕੀ ਵਡਿਆਈ ਵੇਖ ਨਾ ਸਕਨੀ।
ਉਹਨਾਂ ਅੱਗੇ ਪਿੱਛੇ ਥਾਂ ਨਹੀਂ। ਜਿਹੜੇ ਨਿੰਦਕ ਬਣ ਗਏ ਉਹਨਾਂ ਨੂੰ ਫਿਰ ਗੁਰੂ ਦੀ ਵਡਿਆਈ ਵੀ ਚੰਗੀ ਨਹੀਂ ਲੱਗਦੀ। ਉਹ ਗੁਰੂ ਦੀ ਵਡਿਆਈ ਉੱਤੇ ਵੀ ਤਰਕ ਕਰਦੇ, ਗੁਰੂ ਨਾਲ ਵੀ ਨਿੰਦਿਆ ਕਰਦੇ। ਉਹਨਾਂ ਦਾ ਅੱਗਾ ਪਿੱਛਾ ਲੋਕ ਪਰਲੋਕ ਖੁਆਰ ਹੋ ਜਾਂਦਾ। ਜੋ ਸਤਿਗੁਰ ਮਾਰੇ ਤਿਨ ਜਾਏ ਮਿਲੇ, ਤਿਨ ਰਹਿੰਦੀ ਖੁੰਦੀ ਸਭ ਪੱਤ ਗਵਾਹੀ। ਕਹਿੰਦੇ ਉਹਨਾਂ ਦੀ ਰਹਿੰਦੀ ਖੁੰਦੀ ਪੱਤ ਵੀ ਇੱਕ ਦਿਨ ਮੁੱਕ ਜਾਂਦੀ। ਸਤਿਗੁਰੂ ਉਹਨਾਂ ਨੂੰ ਆਪਣੇ ਦਰ ਤੋਂ ਫਿਟਕਾਰ ਦਿੰਦੇ। ਕਿਉਂ? ਭਾਈ ਉਹ ਸੇਵਕ ਨਹੀਂ ਰਹੇ, ਉਹ ਮਾਣ ਹੰਕਾਰ ਵਿੱਚ ਚਲੇ ਗਏ, ਉਹ ਨਿੰਦਕ ਬਣ ਗਏ। ਤੇ ਨਿੰਦਿਆ ਜਿਹੜੀ ਨਾ ਸਾਧ ਸੰਗਤ ਸਭ ਤੋਂ ਵੱਡਾ ਭਿਆਨਕ ਰੋਗ ਹੈ। ਇੱਕ ਚੀਜ਼ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜੇ ਕਿਸੇ ਨੂੰ ਭੁੱਖ ਨਾ ਲੱਗੇ ਉਹ ਡਾਕਟਰ ਕੋਲ ਜਾਂਦਾ ਹੈ। ਡਾਕਟਰ ਕਹਿੰਦਾ ਭਾਈ ਤੂੰ ਬਿਮਾਰ ਹੈ। ਜਿਹਨੂੰ ਭੁੱਖ ਨਹੀਂ ਲੱਗ ਰਹੀ ਇਹਦਾ ਮਤਲਬ ਉਹਨੂੰ ਕੋਈ ਅੰਦਰ ਪ੍ਰੋਬਲਮ ਹੈ, ਉਹਦਾ ਕੋਈ ਡਾਈਜੈਸਟ ਸਿਸਟਮ ਜਿਹੜਾ ਉਹ ਖਰਾਬ ਹੋ ਗਿਆ। ਜੇ ਉਹਦੀ ਦਵਾਈ ਨਹੀਂ ਲੈ ਰਿਹਾ ਤਾਂ ਉਹਦੇ ਨਾਲ ਕਈ ਰੋਗ ਹੋਰ ਪੈਦਾ ਹੋਣਗੇ। ਇੱਥੋਂ ਤੱਕ ਡਾਕਟਰ ਕਹਿੰਦੇ ਨੇ 30-32 ਤੋਂ ਵੱਧ ਤਾਂ ਪੇਟ ਦੇ ਹੀ ਰੋਗ ਆ ਜੇ ਭੁੱਖ ਨਾ ਲੱਗੇ। ਜਦੋਂ ਭੁੱਖ ਨਹੀਂ ਲੱਗ ਰਹੀ ਇਹਦਾ ਮਤਲਬ ਪੇਟ 'ਚ ਕੋਈ ਰੋਗ ਹੈ। ਜਿਹਨੂੰ ਪੇਟ ਵਿੱਚ ਕੋਈ ਰੋਗ ਹੈ ਉਹਨੂੰ ਕਈ ਰੋਗ ਹੋਰ ਖੜੇ ਹੋ ਸਕਦੇ ਨੇ, ਕਿਉਂਕਿ ਸਭ ਕੁਝ ਖਾਧਾ ਪੀਤਾ, ਦਵਾਈ ਦਾਰੂ, ਰੋਟੀ ਭੋਜਨ ਪ੍ਰਸ਼ਾਦਾ ਪਾਣੀ ਪੇਟ ਰਾਹੀਂ ਹੋ ਕੇ ਜਾਣਾ। ਜਿਹੜੀ ਚੀਜ਼ ਤੁਹਾਡੇ ਸਰੀਰ ਨੂੰ ਲੱਗਣੀ ਪੇਟ ਰਾਹੀਂ ਲੱਗਣੀ। ਪਾਤਸ਼ਾਹ ਨੇ ਵੀ ਬਚਨ ਕਿਹਾ, ਭੋਜਨ ਖਾਧਾ ਸਰੀਰ ਨੂੰ ਤਾਕਤ ਦਿੰਦਾ ਹੈ, ਪਰ ਜੇ ਭੋਜਨ ਪਚੇ ਹੀ ਨਾ ਪੇਟ ਵਿੱਚ ਫਿਰ ਨਹੀਂ ਤਾਕਤ ਦਿੰਦਾ। ਕਈਆਂ ਦੇ ਸਰੀਰ 'ਚ ਬਲੱਡ ਬਣਨਾ ਬੰਦ ਹੋ ਜਾਂਦਾ। ਕਿੰਨੀ ਵੱਡੀ ਮੁਸ਼ਕਲ ਹੈ। ਜੇ ਕੋ ਖਾਵੇ ਜੇ ਕੋ ਪੁੰਜੈ ਤਿਸ ਕਾ ਹੋਏ ਉਧਾਰੋ। ਖਾਧਾ ਹੋਇਆ ਜੇ ਪਚ ਜਾਏ ਫਿਰ ਨਾਮ ਜਪਿਆ ਵੀ ਪਚ ਜਾਏ ਤਾਂ ਉਹਦਾ ਉਧਾਰ ਹੁੰਦਾ। ਹੁਣ ਬਾਹਰੀ ਤੌਰ ਤੇ ਸੁਣਿਓ, ਜੇ ਭੁੱਖ ਨਹੀਂ ਲੱਗ ਰਹੀ ਪੇਟ ਦਾ ਰੋਗ ਹੈ, ਇਲਾਜ ਨਹੀਂ ਹੋ ਰਿਹਾ ਤਾਂ ਪੇਟ ਤੋਂ ਹੋਰ ਕਈ ਰੋਗ ਪੈਦਾ ਹੁੰਦੇ। ਇੱਦਾਂ ਪਾਤਸ਼ਾਹ ਕਹਿੰਦੇ ਜਿਹੜਾ ਮਨਮੁਖ ਹੋ ਜਾਂਦਾ ਉਹਦੇ ਅੰਦਰ ਕਈ ਰੋਗ ਪੈਦਾ ਹੋ ਜਾਂਦੇ, ਜਿਸ ਚੋਂ ਸਭ ਤੋਂ ਵੱਡਾ ਨਿੰਦਿਆ ਦਾ ਰੋਗ ਹੈ। ਉਹ ਫਿਰ ਦੂਜੇ ਨਾਲ ਈਰਖਾ ਕਰਦਾ, ਜੈਲਸੀ ਕਰਦਾ, ਉਹਦੀ ਨਿੰਦਿਆ ਕਰਦਾ। ਜਿੱਥੇ ਖੜੇ ਉਹ ਫਿਰ ਜਿਹਦੇ ਨਾਲ ਜੈਲਸੀ ਉਹਦੀ ਨਿੰਦਿਆ ਕਰਦਾ। ਔਰ ਨਿੰਦਕ ਦੀ ਨਿਸ਼ਾਨੀ ਸੁਣਿਓ ਕੀ ਹੈ। ਪਾਤਸ਼ਾਹ ਕਹਿੰਦੇ ਨਿੰਦਕ ਐਸੇ ਹੀ ਝਰ ਪਰੀਐ। ਹੁਣ ਤੁਸੀਂ ਵੀ ਆਪਣੇ ਮਨ 'ਚ ਝਾਤ ਮਾਰਿਓ, ਮੈਂ ਵੀ ਆਪਣੇ ਮਨ 'ਚ ਸੋਚਾਂਗਾ, ਹੋ ਸਕਦਾ ਆਪਾਂ ਨੂੰ ਵੀ ਕਿਤੇ ਰੋਗ ਹੋਵੇ। ਨਿੰਦਕ ਐਸੇ ਹੀ ਝਰ ਪਰੀਐ, ਇਹ ਨਿਸ਼ਾਨੀ ਸੁਣੋ ਤੁਮ ਭਾਈ, ਜਿਉ ਕਲਰ ਭੀਤ ਗਿਰੀਐ। ਕਹਿੰਦੇ ਜਿਵੇਂ ਕਲਰ ਦੀ ਕੰਧ ਝੜਦੀ ਹੈ, ਉਹਨੂੰ ਜਿੰਨਾ ਮਰਜ਼ੀ ਬਾਹਰੋਂ ਰੰਗ ਵਧੀਆ ਕਰ ਲਓ ਪਲਾਸਟਰ, ਉਹ ਵਿੱਚੋਂ ਨਮਕ ਨਿਕਲਣੇ, ਕਲਰ ਫਿਰ ਝੜ ਜਾਣੇ। ਅਗਲੀ ਗੱਲ, ਨਿੰਦਕ ਦੀ ਨਿਸ਼ਾਨੀ ਜੋ ਦੇਖੈ ਛਿਦਰ ਤੋ ਨਿੰਦਕੋ ਮਾਹੈ। ਫਿਰ ਇਹਨੂੰ ਪਿਆਰ ਨਾਲ ਸੁਣਿਓ। ਨਿੰਦਕ ਐਸੇ ਹੀ ਝਰ ਪਰੀਐ, ਇਹ ਨਿਸ਼ਾਨੀ ਸੁਣੋ ਤੁਮ ਭਾਈ, ਜਿਉ ਕਲਰ ਭੀਤ ਗਿਰੀਐ ਜੋ ਦੇਖੈ ਛਿਦਰ ਤੋ ਨਿੰਦਕ ਉਮਾਹੈ। ਭਲੋ ਦੇਖ ਦੁੱਖ ਭਰੀਐ। ਨਿਸ਼ਾਨੀ ਇਹ ਹੈ, ਜਿਹੜਾ ਨਿੰਦਕ ਬੰਦਾ ਉਹ ਕਿਸੇ ਦੇ ਔਗਣ ਨੂੰ ਵੇਖ ਕੇ, ਕਮਜ਼ੋਰੀ ਨੂੰ ਵੇਖ ਕੇ, ਗਲਤੀ ਨੂੰ ਵੇਖ ਕੇ ਖੁਸ਼ ਹੁੰਦਾ। ਜੇ ਕਿਸੇ ਤੋਂ ਗਲਤੀ ਹੋ ਜਾਏ ਨਾ ਉਹ ਖੁਸ਼ ਬਹੁਤ ਹੁੰਦਾ, ਕਹਿੰਦਾ ਹੁਣ ਫਸਿਆ, ਹੁਣ ਗਲਤੀ ਹੋਈ ਹੈ, ਹੁਣ ਇਹਦੀ ਮੈਂ ਅੱਗੇ ਗੱਲ ਕਰਾਂਗਾ। ਉਹ 20 ਕੋ ਕਰਦਾ, ਸਮਝੋ ਨਿੰਦਕ ਹੈ। ਜਿਹੜਾ ਗੁਰਮੁਖ ਹੈ ਨਾ ਉਹ ਦੂਜੇ ਦੀ ਗਲਤੀ ਤੋਂ ਸਿੱਖਦਾ। ਕਿਸੇ ਬੰਦੇ ਕੋਲੋਂ ਔਗਣ ਹੋ ਗਿਆ, ਮਨਮੁਖ ਜਿਹੜਾ ਨਿੰਦਕ ਬੰਦਾ ਹੈ ਉਹ ਖੁਸ਼ ਹੁੰਦਾ। ਜਿਹੜਾ ਗੁਰਮੁਖ ਹੈ ਉਹ ਕਿਸੇ ਦੀ ਗਲਤੀ ਤੇ ਖੁਸ਼ ਨਹੀਂ ਹੁੰਦਾ ਕਦੇ, ਉਹਦੀ ਗਲਤੀ ਤੋਂ ਆਪਣਾ ਜੀਵਨ ਸਿੱਖਦਾ ਤੇ ਨਾਲ ਆਪਣੇ ਗੁਰੂ ਕੋਲ ਆ ਕੇ ਅਰਦਾਸ ਕਰਦਾ, ਸਤਿਗੁਰੂ ਜੀ ਮੈਨੂੰ ਇਸ ਗਲਤੀ ਤੋਂ ਬਚਾ ਕੇ ਰੱਖਿਓ। ਕਿਉਂਕਿ ਜੇ ਕਿਸੇ ਦੇ ਔਗਣ ਤੇ ਤੁਸੀਂ ਹੱਸ ਰਹੇ ਹੋ ਨਾ, ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਐਵੇਂ ਨਾ ਕਿਸੇ ਤੇ ਹਾਸਾ ਬਣੀ। ਮਹਾਰਾਜ ਕਿਉਂ? ਕਹਿੰਦੇ ਜਿਹੜਾ ਕਿਸੇ ਦਾ ਔਗਣ ਵੇਖ ਕੇ ਹੱਸ ਰਹੇ, ਅਜੇ ਤੇਰੀ ਜ਼ਿੰਦਗੀ ਦੀ ਬੇੜੀ ਸਮੁੰਦਰ ਵਿੱਚ ਹੈ, ਕੱਲ ਨੂੰ ਤੇਰੇ ਤੇ ਵੀ ਐਪਲੀਕੇਬਲ ਹੋ ਸਕਦਾ ਹੈ, ਉਹ ਤੇਰੇ ਤੇ ਵੀ ਲਾਗੂ ਹੋ ਜਾਣਾ ਕੱਲ ਨੂੰ। ਇਸ ਲਈ ਗੁਰੂ ਕੋਲੋਂ, ਰੱਬ ਕੋਲੋਂ ਡਰ ਕੇ ਰਹੀਂ, ਕਿਸੇ ਦੇ ਔਗਣ ਤੇ ਨਾ ਹੱਸ। ਤਾਈਓ ਪਾਤਸ਼ਾਹ ਕਹਿੰਦੇ ਕਬੀਰ ਗਰਬ ਨ ਕੀਜੀਐ, ਰੰਕ ਨ ਹਸੀਐ ਕੋਏ, ਅਜਹੂ ਸੋ ਨਾਓ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਤੇਰੀ ਬੇੜੀ ਤਾਂ ਖੁਦ ਸਮੁੰਦਰ 'ਚ ਹੈ, ਕੱਲ ਨੂੰ ਤੇਰੇ ਤੇ ਵੀ ਉਹ ਔਗਣ ਲੱਗ ਸਕਦਾ, ਕੱਲ ਨੂੰ ਤੇਰੇ ਤੇ ਵੀ ਲਾਗੂ ਹੋ ਸਕਦਾ। ਇਸ ਲਈ ਜੋ ਦੇਖੈ ਛਿਦਰ ਤੋ ਨਿੰਦਕੋ ਮਾਹੈ। ਨਿੰਦਕ ਦੀ ਨਿਸ਼ਾਨੀ ਉਹ ਖੁਸ਼ ਹੁੰਦਾ। ਭਲੋ ਦੇਖ ਦੁੱਖ ਭਰੀ ਹੈ।
ਕਿਸੇ ਦਾ ਗੁਣ ਵੇਖ ਕੇ ਸੜ ਜਾਂਦਾ, ਕਹਿੰਦੇ ਇਹਨੂੰ ਕਿਉਂ ਵਡਿਆਈ ਮਿਲ ਰਹੀ ਹੈ। ਅੱਜ ਪਾਤਸ਼ਾਹ ਕਹਿੰਦੇ ਉਹ ਨਿੰਦਕ ਨਾਲ ਫਿਰ ਕੀ ਹੁੰਦਾ, ਉਹਨੂੰ ਗੁਰੂ ਫਿਟਕਾਰ ਦਿੰਦਾ, ਉਹਦੀ ਪੱਤ ਜਾਂਦੀ ਲੱਗਦੀ ਹੈ। ਓਏ ਅੱਗੇ ਕੁਸ਼ਟੀ ਗੁਰ ਕੈ ਫਿਟਕੈ, ਉਹ ਗੁਰੂ ਦੇ ਨਜ਼ਰ ਵਿੱਚ ਕੋੜੀ ਨਜ਼ਰ ਆਉਂਦਾ, ਇਹ ਬੰਦਾ ਕੋੜੀ ਹੈ। ਕਿਉਂ ਭਾਈ, ਉਹਨੇ ਔਗਣ ਉਹਦੇ ਅੰਦਰ ਆ ਗਏ, ਉਹਨੇ ਕਿਸੇ ਭਲੇ ਦੀ ਨਿੰਦਿਆ ਕਰ ਦਿੱਤੀ, ਹੁਣ ਉਹਦੇ ਕੋਲੋਂ ਵੀ ਉਹ ਗਲਤੀ ਹੋਣੀ। ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਤੁਹਾਨੂੰ ਮੈਂ ਬਚਨ ਕਹਿਦਾ, ਨਿੰਦਕ ਨੂੰ ਰੱਬ ਗੁਰੂ ਆਖਰੀ ਕੰਮ ਤੱਕ ਬਖਸ਼ਦਾ ਰਹਿੰਦਾ, ਚੱਲ ਮਾਫ ਕੀਤਾ ਮਾਫ ਕੀਤਾ। ਕਿਉਂ, ਰੱਬ ਨੂੰ ਥੋੜੀ ਕੋਈ ਮੈਲਾ ਕਰ ਸਕਦਾ। ਕੋਈ ਸੂਰਜ ਉੱਤੇ ਗੰਦਾ ਪਾਣੀ ਸੁੱਟੇ ਸੂਰਜ ਮੈਲਾ ਹੋ ਜਾਂਦਾ, ਰੱਬ ਨੂੰ ਗੁਰੂ ਨੂੰ ਕੋਈ ਵੀ ਬੇਅਦਬੀ ਨਹੀਂ ਗੁਰੂ ਦੀ ਕਰ ਸਕਦਾ। ਗੁਰੂ ਫਿਰ ਵੀ ਭਲਾ ਕਰਦਾ, ਭਲਾ ਕਰ, ਪਰ ਇੱਕ ਵਕਤ ਆਉਂਦਾ ਜੇ ਉਹ ਨਿੰਦਕ ਹੋਵੇ ਤੇ ਨਾਲ ਗੁਰੂ ਦੇ ਕਿਸੇ ਪਿਆਰੇ ਨਾਮ ਜਪਣ ਵਾਲੇ ਦੀ ਨਿੰਦਿਆ ਕਰਦਾ, ਫਿਰ ਗੁਰੂ ਤੋਂ ਬਰਦਾਸ਼ਤ ਨਹੀਂ ਹੁੰਦਾ। ਰੱਬ ਕਹਿੰਦੇ ਤੂੰ ਮੈਨੂੰ ਮਾੜਾ ਕਹੀ ਗਿਆ, ਕੋਈ ਗੱਲ ਨਹੀਂ, ਪਰ ਤੂੰ ਤਾਂ ਜਪਣ ਵਾਲੇ ਦੀ ਵੀ ਨਿੰਦਿਆ ਕਰਨ ਲੱਗ ਪਿਆ, ਹੁਣ ਉਦੋਂ ਨਹੀਂ ਫਿਰ ਗੁਰੂ ਬਖਸ਼ਦਾ। ਤਾਈਓ ਪਾਤਸ਼ਾਹ ਨੇ ਬਚਨ ਕਹੇ ਭਾਈ, ਫਿਰ ਉਹ ਉਸ ਵਕਤ ਗੁਰੂ ਉਹਨੂੰ ਬਖਸ਼ਦਾ ਨਹੀਂ ਹੈ, ਉਦੋਂ ਉਹਦੀ ਰਹਿੰਦੀ ਖੁੰਦੀ ਪੱਤ ਖੋਹ ਲੈਂਦਾ। ਉਹ ਅੱਗੇ ਕੁਸ਼ਟੀ ਗੁਰ ਕੇ ਫਿਟ ਗਏ, ਜੇ ਉਸ ਮਿਲੇ ਤਿਸ ਕੁਸ਼ਟ ਉਠਾਹੀ, ਕਹਿੰਦੇ ਉਹ ਕੋੜੀ ਹੁੰਦਾ, ਫਿਰ ਉਹਦੀ ਸੰਗਤ ਕਰਨ ਵਾਲੇ ਉਹ ਵੀ ਬੰਦੇ ਕੋੜੀ ਹੁੰਦੇ। ਅੱਗੇ ਮਹਾਰਾਜ ਕਹਿੰਦੇ ਤਿਨ ਕਾ ਦਰਸ਼ਨ ਨਾ ਕਰੋ, ਜੋ ਦੂਜੇ ਭਾਏ ਚਿਤ ਲਾਹੀ, ਤੁਰ ਕਰਤੇ ਆਪ ਲਿਖ ਪਾਇਆ, ਤਿਸ ਨਾਲ ਕਿਉ ਚਾਰਾ ਨਾਹੀ। ਇਹ ਸਭ ਰੱਬ ਦੀ ਖੇਡ ਹੈ। ਉਹਨਾਂ ਮਨਮੁਖਾਂ ਦੇ ਦਰਸ਼ਨ ਨਾ ਕਰਿਓ, ਉਹਨਾਂ ਤੋਂ ਦੂਰ ਰਹੋ। ਕਰਤੇ ਪੁਰਖ ਨੇ ਆਪ ਧੁਰੋਂ ਲਿਖ ਦਿੱਤਾ, ਹੁਣ ਕੋਈ ਚਾਰਾ ਨਹੀਂ ਹੈ। ਜਿਹਨੂੰ ਰੱਬ ਫਿਟਕਾਰਦਾ ਉਹ ਫਿਰ ਬਖਸ਼ਿਆ ਨਹੀਂ ਜਾਂਦਾ। ਜਨ ਨਾਨਕ ਨਾਮ ਅਰਾਧ ਤੂੰ, ਮਹਾਰਾਜ ਸਾਨੂੰ ਕੀ ਹੁਕਮ ਹੈ ਸਾਰਿਆਂ ਨੂੰ, ਕਹਿੰਦੇ ਤੁਸੀਂ ਵਾਹਿਗੁਰੂ ਜਪੋ। ਜਨ ਨਾਨਕ ਨਾਮ ਅਰਾਧ ਤੂੰ, ਤੁਸੀਂ ਨਾਮ ਜਪੋ ਭਾਈ। ਤਿਸ ਅੱਪੜ ਕੋ ਨਾ ਸਕਾਹੀ, ਨਾਵੇ ਕੀ ਵਡਿਆਈ ਵੱਡੀ ਹੈ, ਨਿਤ ਸਬਾਈ ਚੜ੍ਹੇ ਚੜਾਈ। ਤੁਸੀਂ ਸਿਰਫ ਨਾਮ ਜਪੋ ਭਾਈ, ਨਾਮ ਦੀ ਵਡਿਆਈ ਵੱਡੀ ਹੈ। ਜਿਹੜਾ ਨਾਮ ਜਪਦਾ ਉਹਦੀ ਦਿਨ ਪ੍ਰਤੀ ਦਿਨ ਚੜ੍ਹਦੀ ਕਲਾ ਹੁੰਦੀ ਹੈ, ਉਹਦਾ ਬੀਜਿਆ ਹੋਇਆ ਸਵਾਇਆ ਹੁੰਦਾ, ਵੱਧਦਾ ਜਾਂਦਾ। ਸਿਰਫ ਨਾਮ ਜਪੋ, ਮਾੜੇ ਦੀ ਸੰਗਤ ਨਾ ਕਰੋ। ਨਿੰਦਕ ਬੰਦਾ ਗੁਰੂ ਤੋਂ ਫਿਟਕਾਰਿਆ ਜਾਂਦਾ। ਨਾਮ ਜਪਣ ਵਾਲਾ ਨਿਮਰਤਾ ਵਿੱਚ ਰਹਿ ਕੇ ਰੋਜ਼ ਜਪੇ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਦੇ ਦਰ ਉੱਤੇ ਸੇਵਾ ਕਰਦਿਆਂ ਜਦੋਂ ਗਿਆਨ ਮਿਲ ਗਿਆ ਨੇ, ਇੱਕ ਗੁਰੂ ਦਾ ਸਿੱਖ ਹੋਇਆ ਭਾਈ ਬੁੱਧੂ, ਸ਼ੇਰੇ ਪੰਜਾਬ ਨੇ ਉਹਨਾਂ ਦੇ ਕੋਲ ਆਪਣਾ ਇੱਕ ਸੂਬੇਦਾਰ ਘੱਲਿਆ ਵੇ, ਬਹੁਤ ਪਿਆਰਾ ਸਿੱਖ ਹੈ ਗੁਰੂ ਦਾ। ਭਾਈ ਬੁੱਧੂ ਜੀ ਦੇ ਦਰਬਾਰ ਉੱਥੇ ਜਾਓ ਜਿੱਥੇ ਉਹਨਾਂ ਦਾ ਸਥਾਨ ਹੈ, ਉਹਨਾਂ ਨੂੰ ਅਦਬ ਸਤਿਕਾਰ ਦੇ ਨਾਲ ਸਾਡੇ ਵੱਲੋਂ ਸੱਦਾ ਦੇ ਕੇ ਆਓ ਵੀ ਸ਼ੇਰੇ ਪੰਜਾਬ ਨੇ ਤੁਹਾਨੂੰ ਲਾਹੌਰ ਦਰਬਾਰ 'ਚ ਸੱਦਿਆ। ਉਹ ਬੜਾ ਰਿਸਪੈਕਟਫੁਲੀ ਇੱਜ਼ਤ ਸਤਿਕਾਰ ਨਾਲ ਸੱਦਾ ਦੇਣ ਆ ਗਏ। ਕੀਮਤੀ ਦੁਸ਼ਾਲਾ ਕੱਪੜਾ ਚੁੱਕਿਆ ਹੋਇਆ, 2-3 ਨਾਲ ਸਿਪਾਹੀ ਨੇ। ਤਾਂ ਉਹ ਖਾਸ ਜਿਹੜਾ ਸ਼ੇਰੇ ਪੰਜਾਬ ਦਾ ਘੱਲਿਆ ਹੋਇਆ ਸੂਬੇਦਾਰ ਹੈ, ਆ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਦਾ ਡੇਰੇ ਪ੍ਰਕਾਸ਼ ਹੈ, ਤਾਂ ਉਹ ਭਾਈ ਬੁੱਧੂ ਜੀ ਦੇ ਉਸ ਸਥਾਨ 'ਤੇ ਆ ਕੇ ਨਾ, ਉਹ ਕਿਹੜਾ ਜਾਣਦਾ ਸੀ, ਉਹਨੇ ਭਾਈ ਬੁੱਧੂ ਨੂੰ ਬਾਹਰ ਦਰਵਾਜ਼ੇ ਵਿੱਚ ਸੇਵਾ ਕਰਦਿਆਂ ਪੁੱਛ ਲਿਆ, ਮੈਲੇ ਜਿਹੇ ਕੱਪੜੇ ਪਾਏ ਨੇ, ਝਾੜੂ ਫੇਰ ਰਿਹਾ। ਉਹ ਝਾੜੂ ਫੇਰਨ ਵਾਲੇ ਨੂੰ ਪੁੱਛ ਲਿਆ ਵੀ ਮੈਂ ਭਾਈ ਬੁੱਧੂ ਸਾਹਿਬ ਜੀ ਨੂੰ ਮਿਲਣਾ। ਸਾਹਿਬ ਪਤਾ ਕਿਉਂ ਕਿਹਾ ਵੀ ਜਿਹਨੂੰ ਬਾਦਸ਼ਾਹ ਇੰਨਾ ਸਤਿਕਾਰ ਦਿੰਦੇ ਤਾਂ ਮਤਲਬ ਬਹੁਤ ਉੱਚਾ ਹੈ। ਜਿਹਨੂੰ ਬਾਦਸ਼ਾਹ ਨੇ ਇੰਨੇ ਰਿਸਪੈਕਟਫੁਲੀ ਇੱਜ਼ਤ ਦੇ ਨਾਲ ਸੱਦਾ ਪੱਤਰ ਘੱਲਿਆ ਹੈ, ਮੇਰੇ ਹੱਥ ਦੁਸ਼ਾਲੇ ਘੱਲੇ, ਬੰਦਾ ਬੜੀ ਇੱਜ਼ਤ ਪਹੁੰਚ ਵਾਲਾ, ਅਦਬ ਦੇ ਨਾਲ ਉਹ ਸੂਬੇਦਾਰ ਕਹਿੰਦਾ ਮੈਂ ਜੀ ਭਾਈ ਬੁੱਧੂ ਸਾਹਿਬ ਜੀ ਨੂੰ ਮਿਲਣਾ, ਮੈਂ ਬੁੱਧੂ ਸਾਹਿਬ ਜੀ ਨੂੰ ਮਿਲਣਾ। ਅੱਗਿਓਂ ਝਾੜੂ ਫੇਰਨ ਵਾਲੇ ਉਹੀਓ ਬਾਬਾ ਬੁੱਧੂ ਜੀ, ਉਹ ਪਤਾ ਕੀ ਕਹਿੰਦੇ, ਉਹ ਕਹਿੰਦੇ ਭਾਈ ਤਾਂ ਤੂੰ ਵੀ ਆ ਤੇ ਭਾਈ ਮੈਂ ਵੀ ਆ। ਤੇ ਜੇ ਰਹੀ ਗੱਲ ਸਾਹਿਬ ਨੂੰ ਮਿਲਣਾ, ਤੇ ਸਾਹਿਬ ਦਾ ਪ੍ਰਕਾਸ਼ ਅੰਦਰ ਹੈ। ਜੇ ਬੁੱਧੂ ਨੂੰ ਮਿਲਣਾ, ਉਹ ਤੇਰੇ ਸਾਹਮਣੇ ਆ। ਹੁਣ ਉਹ ਸੂਬੇਦਾਰ ਬੜਾ ਹੈਰਾਨ ਹੋ ਗਿਆ ਵੀ ਮੈਂ ਐਡਾ ਵੱਡਾ ਸੂਬੇਦਾਰ, ਇਹ ਮਾਮੂਲੀ ਜਿਹਾ ਸੇਵਾਦਾਰ ਜਿਹੜਾ ਇਹ ਮੈਨੂੰ ਗੱਲ ਕਿਹੜੇ ਤਰੀਕੇ ਨਾਲ ਕਰ ਰਿਹਾ। ਉਹਨੇ ਕਿਹਾ ਵੀ ਗੱਲ ਧਿਆਨ ਨਾਲ ਸੁਣ, ਮੈਂ ਸ਼ੇਰੇ ਪੰਜਾਬ ਦਾ ਘੱਲਿਆ ਆਇਆ, ਮੈਂ ਸੂਬੇਦਾਰ ਹਾਂ ਲਾਹੌਰ ਦਾ। ਮੈਨੂੰ ਸ਼ੇਰੇ ਪੰਜਾਬ ਨੇ ਕਿਹਾ ਅਦਬ ਦੇ ਨਾਲ ਸੱਦਾ ਪੱਤਰ ਦੇ ਕੇ ਆਓ, ਮੈਂ ਭਾਈ ਬੁੱਧੂ ਸਾਹਿਬ ਜੀ ਨੂੰ ਮਿਲਣਾ।
ਤੇ ਉਹ ਫਿਰ ਸੇਵਾ ਕਰਨ ਵਾਲਾ ਖੱਦਰ ਦਾ ਮੈਲਾ ਜਿਹਾ ਝੋਲਾ ਪਾਇਆ, ਅੱਗੇ ਉਹਨੇ ਫਿਰ ਜਵਾਬ ਦਿੱਤਾ, ਕਹਿੰਦੇ ਵੀ ਭਾਈ ਤਾਂ ਤੂੰ ਹੈ ਤੇ ਸਾਹਿਬ ਦਾ ਪ੍ਰਕਾਸ਼ ਅੰਦਰ ਹੈ, ਬੁੱਧੂ ਨੂੰ ਮਿਲਣਾ, ਬੁੱਧੂ ਤੇਰੇ ਸਾਹਮਣੇ ਖੜਾ ਹੈ। ਉਹ ਗੁੱਸੇ ਵਿੱਚ ਆ ਕੇ ਉਹ ਸੂਬੇਦਾਰ ਨੇ ਥੱਪੜ ਮਾਰਿਆ ਬੁੱਧੂ ਤੇ, ਰੌਲਾ ਪੈ ਗਿਆ, ਇਕੱਠੇ ਹੋ ਗਏ। ਜਦੋਂ ਆਲੇ ਦੁਆਲੇ ਸੇਵਾਦਾਰ ਇਕੱਠੇ ਹੋਏ, ਉਹਨਾਂ ਆ ਕੇ ਕਿਹਾ ਵੀ ਤੂੰ ਭਾਈ ਬਾਬਾ ਬੁੱਧੂ ਜੀ ਦੇ ਥੱਪੜ ਕਿਉਂ ਮਾਰਿਆ? ਉਹ ਕਹਿੰਦੇ ਜੀ ਇਹ ਕਹੀ ਜਾਂਦਾ ਮੈਂ ਬੁੱਧੂ ਆ। ਕਹਿੰਦੇ ਇਹੀ ਆ ਭਾਈ ਬੁੱਧੂ ਸਾਹਿਬ। ਉਹ ਕਹਿੰਦੇ ਮੈਂ ਕਿੰਨੀ ਵਾਰ ਪੁੱਛਿਆ, ਇਹ ਕਹੀ ਜਾਂਦਾ ਸਾਹਿਬ ਤਾਂ ਅੰਦਰ ਹੈ, ਭਾਈ ਤੂੰ ਹੈ ਤੇ ਬੁੱਧੂ ਮੈਂ ਆ, ਦੱਸ ਵੀ ਕੀ ਕੰਮ ਹੈ? ਤਾਂ ਜਦੋਂ ਹੁਣ ਪਤਾ ਲੱਗਾ ਨਾ ਵੀ ਜਿਹਨੂੰ ਮੈਂ ਸੱਦਣ ਆਇਆ ਮੈਂ ਉਹਦੇ ਥੱਪੜ ਮਾਰ ਦਿੱਤਾ, ਇੱਕਦਮ ਹੱਥ ਜੋੜ ਕੇ ਉਹ ਸੂਬੇਦਾਰ ਭਾਈ ਬੁੱਧੂ ਸਾਹਿਬ ਦੇ ਪੈਰੀਂ ਪੈ ਗਿਆ। ਭਾਈ ਬੁੱਧੂ ਸਾਹਿਬ ਨੇ ਹੱਥ ਫੜ ਲਏ, ਨਾ ਬਈ ਮੈਨੂੰ ਨਾ ਮੱਥਾ ਟੇਕ, ਕਿਉਂ ਟੇਕ ਰਿਹਾ? ਨਾਲੇ ਹੱਥ ਪਕੜ ਲਏ, ਨਾਲੇ ਅੱਖਾਂ ਵਿੱਚ ਜਲ ਭਰ ਗਿਆ। ਉਹ ਸੂਬੇਦਾਰ ਨੂੰ ਭਾਈ ਬੁੱਧੂ ਜੀ ਕਹਿੰਦੇ ਮੈਨੂੰ ਨਾ ਮੱਥਾ ਟੇਕ। ਕਹਿੰਦੇ ਨਹੀਂ ਜੀ ਮੇਰੇ ਤੋਂ ਗਲਤੀ ਹੋ ਗਈ, ਸ਼ੇਰੇ ਪੰਜਾਬ ਨੇ ਤੁਹਾਨੂੰ ਇੰਨੀ ਇੱਜ਼ਤ ਨਾਲ ਸੱਦਾ ਪੱਤਰ ਦਿੱਤਾ ਹੈ, ਮੈਂ ਸੱਦਣ ਆਇਆ, ਮੈਂ ਪਛਾਣ ਨਹੀਂ ਸਕਿਆ, ਮੈਨੂੰ ਪਤਾ ਨਹੀਂ ਸੀ, ਮੈਂ ਤੁਹਾਡੇ ਥੱਪੜ ਮਾਰ ਦਿੱਤਾ ਹੈ, ਮੈਨੂੰ ਗਲਤੀ ਮਾਫ ਕਰ ਦਿਓ। ਤਾਂ ਉਹ ਭਾਈ ਬੁੱਧੂ ਜੀ ਕਹਿੰਦੇ ਨਹੀਂ ਬਈ ਤੂੰ ਗਲਤੀ ਨਹੀਂ ਕੀਤੀ, ਮੇਰੇ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ ਆ ਮੇਰੇ ਤੇ। ਉਹ ਸੂਬੇਦਾਰ ਕਹਿੰਦਾ ਜੀ ਮੈਂ ਥੱਪੜ ਮਾਰਿਆ, ਤੁਸੀਂ ਕਹਿੰਦੇ ਹੋ ਮਾਲਕ ਨੇ ਕਿਰਪਾ ਕੀਤੀ ਹੈ, ਇਹ ਕੀ ਗੱਲ ਹੋਈ? ਹੁਣ ਭਾਈ ਬੁੱਧੂ ਜੀ ਦਾ ਜਵਾਬ ਸੁਣਿਓ। ਕਹਿੰਦੇ ਮੇਰੇ ਸਾਹਿਬ ਨੇ ਕਿਰਪਾ ਕੀਤੀ ਹੈ, ਇਹ ਥੱਪੜ ਜਿਹੜਾ ਮਾਰਿਆ ਭਾਈ ਤੂੰ ਨਹੀਂ ਮਾਰਿਆ, ਤੇਰੇ ਕੋਲੋਂ ਮੇਰੇ ਸਾਹਿਬ ਦਾ ਹੁਕਮ ਹੋਇਆ ਤਾਂ ਵੱਜਿਆ। ਪਤਾ ਕਿਉਂ? ਆ ਬੁੱਧੂ ਨੂੰ ਵੀ ਲੋਕ ਸਾਹਿਬ ਕਹਿਣ ਲੱਗ ਪਏ ਸੀ, ਅੱਜ ਸਮਝ ਪਈ ਹੈ ਉਹ ਬੁੱਧੂ ਜਿੰਨੀ ਦੇਰ ਗੁਰੂ ਦੇ ਦਰ ਤੇ ਬੁੱਧੂ ਬਣ ਕੇ ਰਹੇਗਾ, ਗੁਰੂ ਦੇ ਚਰਨਾਂ 'ਚ ਥਾਂ ਮਿਲੇਗੀ। ਜਿੱਦਣ ਸਾਹਿਬ ਬਣਨ ਦੀ ਕੋਸ਼ਿਸ਼ ਕਰੇਗਾ ਉਦੋਂ ਥੱਪੜ ਪੈਣਗੇ। ਕਹਿਣ ਤੋਂ ਭਾਵ ਇਸ ਦਰ ਤੇ ਜਿਹੜਾ ਨਿਮਰਤਾ ਵਿੱਚ ਰਹਿੰਦਾ ਉਹਨੂੰ ਵਡਿਆਈ ਮਿਲਦੀ ਹੈ। ਜਿਹੜਾ ਕਹਿੰਦਾ ਨਾ ਹੁਣ ਮੈਂ ਸਾਹਿਬ ਬਣ ਗਿਆ, ਉੱਚਾ ਹੋ ਗਿਆ, ਉਹਨੂੰ ਇੱਕ ਦਿਨ ਚੋਟਾਂ ਪੈਂਦੀਆਂ। ਇਹ ਠੀਕ ਹੈ, ਸੰਗਤ ਤੁਹਾਨੂੰ ਵਡਿਆਈ ਦਿੰਦੀ ਹੈ, ਪਰ ਗੁਰੂ ਦਾ ਸਿੱਖ ਨਿਮਰਤਾ 'ਚ ਰਵੇ। ਮੈਂ ਕਈ ਧਾਰਮਿਕ ਸਟੇਜਾਂ ਤੇ ਬੰਦੇ ਨਾਰਾਜ਼ ਹੁੰਦੇ ਵੇਖੇ, ਉਹ ਕਹਿੰਦੇ ਮੇਰੇ ਨਾਮ ਨਾਲੋਂ ਚੇਚੇ ਤੌਰ ਤੇ ਸਾਹਿਬ ਨਹੀਂ ਲਾਇਆ, ਭਾਈ ਸਾਹਿਬ ਜੀ ਕਿਉਂ ਨਹੀਂ ਕਿਹਾ, ਸੰਤ ਜੀ ਕਿਉਂ ਨਹੀਂ ਕਿਹਾ, ਨਾਲ ਮੈਨੂੰ ਨਾਲ ਆ ਸ਼ਬਦ ਕਿਉਂ ਨਹੀਂ? ਉਦਾਸ ਹੋ ਜਾਂਦੇ, ਨਾਰਾਜ਼ ਹੋ ਜਾਂਦੇ। ਸਾਧ ਸੰਗਤ ਇੱਕ ਚੀਜ਼, ਸਮਾਂ ਸਮਾਪਤ ਹੈ, ਆ ਬੇਨਤੀ ਧਿਆਨ ਨਾਲ ਸੁਣਿਓ, ਵਡਿਆਈ ਸੰਗਤ ਦਿੰਦੀ ਹੈ, ਲੈਣੀ ਚਾਹੀਦੀ ਹੈ। ਤੁਹਾਨੂੰ ਕੋਈ ਵਡਿਆਈ ਦਵੇ, ਇਹ ਨਾ ਕਹੋ ਵੀ ਮੈਨੂੰ ਨਾ ਵਡਿਆਈ ਦੇ, ਨਾ ਵੀ ਮੈਨੂੰ ਨਾ ਇਦਾਂ ਕਹਿ। ਅੱਗੋਂ ਫਿਰ ਗੁਰੂ ਦਾ ਨੁਕਤਾ ਹੈ, ਤੈਨੂੰ ਵਡਿਆਈ ਮਿਲੇ ਪਰ ਤੂੰ ਹੱਥ ਜੋੜ ਕੇ ਕਹੀਂ ਦਾਤਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ। ਫਿਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਵਡਿਆਈ ਸਦਾ ਹੀ ਤੇਰੀ ਝੋਲੀ ਵਿੱਚ ਹੈ। ਆਓ ਪਾਤਸ਼ਾਹ ਨੂੰ ਮਿਲ ਕੇ ਪਿਆਰ ਨਾਲ ਕਹੋ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਕਹੋ ਨਾਨਕ ਸਭ ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਤੇਰੀ ਵਡਿਆਈ, ਕੋਈ ਨਾਉ ਨਾ, ਕਹੋ ਨਾਨਕ ਸਭ ਤੇਰੀ ਵਡਿਆਈ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਮੂਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਜੋ ਮੈਨੇਜਮੈਂਟ ਵੱਲੋਂ ਤੁਹਾਡੇ ਦਰਸ਼ਨਾਂ ਲਈ ਹੁਕਮ ਹੁੰਦਾ ਹੈ। ਕੋਟਾਨਕੋਟ ਸ਼ੁਕਰ ਦੀਨ ਦੁਨੀ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ, ਜੋ ਤਰੁੱਠ ਕੇ ਬਖਸ਼ਿਸ਼ਾਂ ਕਰਦੇ ਨੇ। ਇੱਥੋਂ ਦੇ ਸਮੂਹ ਸੇਵਾਦਾਰ, ਗੁਰੂ ਕੇ ਕੀਰਤਨੀਏ ਗ੍ਰੰਥੀ ਸਿੰਘ ਸਭ ਦਾ ਧੰਨਵਾਦ। ਸਤਿਕਾਰਯੋਗ ਗਿਆਨੀ ਹਰਨਾਮ ਸਿੰਘ ਜੀ ਸਿੰਘ ਸਾਹਿਬ ਮੁੱਖ ਗ੍ਰੰਥੀ ਇਸ ਪਾਵਨ ਅਸਥਾਨ ਦੇ, ਉਹਨਾਂ ਦਾ ਧੰਨਵਾਦ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ, ਭੁੱਲਾਂ ਨਾ ਚਤਾਰਿਓ, ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।